ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਚੱਲ ਰਹੀ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਹਰ ਸੋਮਵਾਰ ਦੀ ਤਰ੍ਹਾਂ ਅੱਜ ਦਾ ਸਾਡਾ ਵਿਸ਼ਾ ਵੀ ਸਵਾਲ ਜਵਾਬ ਦਾ ਹੋਏਗਾ। ਜੋ ਆਪ ਜੀ ਵੱਲੋਂ ਸਵਾਲ ਭੇਜੇ ਜਾਂਦੇ ਹਨ, ਪੈਨਲ ਮੈਂਬਰ ਉਹਨੂੰ ਵਿਚਾਰ ਕੇ ਜੋ ਵੀ ਵੱਧ ਤੋਂ ਵੱਧ ਢੁਕਵੇਂ ਜਵਾਬ ਹੁੰਦੇ ਹਨ ਉਹ ਉਹਦੇ ਵਿੱਚ ਲੱਭੇ ਜਾਂਦੇ ਹਨ। ਉਹੀ ਵਿਚਾਰ ਜਵਾਬ ਆਪ ਜੀ ਨਾਲ ਸਾਂਝੇ ਕੀਤੇ ਜਾਂਦੇ ਹਨ। ਇਹ ਸਵਾਲ ਜਵਾਬ ਦਾ ਸੈਸ਼ਨ ਦੀ ਸੇਵਾ ਜ਼ਿੰਮੇਵਾਰੀ ਵੀ ਰਾਜਾ ਸਿੰਘ ਜੀ ਨਿਭਾ ਰਹੇ ਹਨ। ਅੱਜ ਦਾ ਸਵਾਲ ਜਵਾਬ ਸੈਸ਼ਨ ਵੀ ਰਾਜਾ ਸਿੰਘ ਜੀ ਹੀ ਸ਼ੁਰੂ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦਾ ਇਹ ਸੈਸ਼ਨ ਸ਼ੁਰੂ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਵਾਬ ਸੈਸ਼ਨ ਵਿੱਚ ਸਾਰੀ ਸੰਗਤ ਨੂੰ ਜੀਓ ਆਇਆਂ। ਤੋ ਸਤ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਸਵਾਲ ਭੇਜਦੇ ਹੋ, ਜਿਵੇਂ ਹੁਣੇ ਵੀਰ ਹਰਜੀਤ ਸਿੰਘ ਦੱਸਦੇ ਸੀਗੇ, ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਧਾਰ ਬਣਾ ਕੇ, ਸਿੱਖ ਰਹਿਤ ਮਰਿਆਦਾ ਨੂੰ ਆਧਾਰ ਬਣਾ ਕੇ, ਜਾਂ ਜਿਹੜੀਆਂ ਅਵੇਲੇਬਲ ਅਥੈਂਟਿਕ ਸਿੱਖ ਹਿਸਟਰੀ ਹੈ ਉਹਨਾਂ ਨੂੰ ਉਹਨਾਂ ਨਾਲ ਕੰਸਲਟ ਕਰਕੇ ਤਾਂ ਫਿਰ ਜਿਹੜੇ ਨੇ ਉਹ ਪੈਨਲ ਮੈਂਬਰ ਕਿਸੇ ਇਸ ਸਿੱਟੇ ਤੇ ਪੁੱਜਦੇ ਨੇ ਜੋ ਆਪ ਨਾਲ ਸਾਂਝਾ ਕੀਤਾ ਜਾਂਦਾ। ਤੋ ਇਹ ਜ਼ਰੂਰੀ ਨਹੀਂ ਕਿ ਜੋ ਕੁਝ ਕਿਹਾ ਜਾ ਰਿਹਾ ਉਹ ਬਿਲਕੁਲ ਫਾਈਨਲ ਹੈ, ਕਿਉਂਕਿ ਸਿੱਖ ਦਾ ਤਾਂ ਮਤਲਬ ਹੀ ਸਾਰੀ ਉਮਰ ਸਿੱਖਦੇ ਰਹਿਣਾ। ਔਰ ਗੁਰਬਾਣੀ ਤਾਂ ਐਡਾ ਸਮੁੰਦਰ ਹੈ ਵੀ ਇਹ ਕੋਈ ਵੀ ਨਹੀਂ ਕਹਿ ਸਕਦਾ ਵੀ ਇਹਦਾ ਥਾਂ ਪਾਇਆ ਜਾਏਗਾ, ਨਾ ਕੋਈ ਪਾ ਸਕਦਾ। ਹਾਂਜੀ, ਇਹ ਕੋਸ਼ਿਸ਼ ਜ਼ਰੂਰ ਹੈ ਕਿ ਵੱਧ ਤੋਂ ਵੱਧ ਜਿੰਨੀ ਸਤਿਗੁਰੂ ਕਿਰਪਾ ਕਰਨ, ਜਿੰਨਾ ਹੋ ਸਕੇ ਗੁਰਬਾਣੀ ਦੇ ਨੇੜਿਓਂ ਹੋ ਕੇ ਉਸ ਦਾ ਉੱਤਰ ਲੱਭਣ ਦਾ ਯਤਨ ਕੀਤਾ ਜਾਵੇ। ਅੱਜ ਦੇ ਜਿਹੜੇ ਸਵਾਲ ਨੇ ਉਹਨਾਂ ਵਿੱਚ ਇੱਕ ਗੁਰਬਾਣੀ ਦੇ ਨਿਯਮਾਂ, ਸਰਲ ਨਿਯਮਾਂ ਤੋਂ ਇਲਾਵਾ ਬਾਕੀ ਜਿਹੜੇ ਨੇ ਉਹ ਸਿੱਖ ਫਿਲਾਸਫੀ ਨਾਲ ਹੀ ਤਾਲੁਕ ਰੱਖਦੇ ਨੇ। ਸਾਰੇ ਸਵਾਲ ਉਹ ਆਪ ਜੀ ਨਾਲ ਇੱਕ ਇੱਕ ਸਵਾਲ ਕਰਕੇ ਅਸੀਂ ਹੁਣੇ ਸਾਂਝਾ ਕਰਾਂਗੇ। ਪਰ ਇਸ ਤੋਂ ਪਹਿਲਾਂ ਮੈਂ ਬੇਨਤੀ ਕਰਨ ਲੱਗਾ ਪੈਨਲ ਮੈਂਬਰਸ ਨੂੰ ਵੀ ਉਹ ਸੰਗਤ ਨਾਲ ਆਪਣੀ ਫਤਿਹ ਕਰਕੇ ਸਾਂਝ ਪਾਉਣ ਜੀ। ਵੀਰ ਤੇਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਮੈਂਬਰਸ ਚਾਰ ਕਿੱਕਰ ਸਿੰਘ ਜੀ ਵੀ ਆਏ ਹੋਏ ਨੇ। ਕੌਣ ਜੀ? ਚਾਰ ਕਿੱਕਰ ਸਿੰਘ। ਅੱਛਾ, ਮੈਨੂੰ ਦਿਸੇ ਨਹੀਂ ਮੁਤਾਬਕ। ਸਾਹਿਬ ਕੀਰਤਨ ਸਿੰਘ ਜੀ। ਨਹੀਂ ਜੀ, ਕਿੱਕਰ ਸਿੰਘ ਜੀ। ਅੱਛਾ, ਕਿੱਕਰ ਸਿੰਘ ਜੀ। ਕਿੱਕਰ ਸਿੰਘ ਜੀ ਅਨਮਿਊਟ ਕਰਕੇ ਫਤਿਹ ਸਾਂਝੀ ਕਰੋ ਜੀ। ਉਹਨਾਂ ਨੂੰ ਅਨਮਿਊਟ ਵਾਸਤੇ ਰਿਕੁਐਸਟ ਕੀਤੀ ਸੀ, ਪਤਾ ਨਹੀਂ ਹੋਇਆ ਨਹੀਂ। ਹਾਂਜੀ, ਵੀਰ ਹਰਜੀਤ ਸਿੰਘ ਜੀ ਵੀ ਸੰਗਤ ਦੀ ਸੇਵਾ 'ਚ ਹਾਜ਼ਰ ਨੇ ਜੀ। ਤੋ ਆਓ ਸਾਧ ਸੰਗਤ ਆਪਾਂ ਸਵਾਲ ਜਵਾਬ ਜਿਹੜੇ ਉਹ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਹੈ ਕਿ ਸਵਾਲ ਜਿਹੜੇ ਅੱਜ ਨੇ ਉਹ ਫਿਲਾਸਫੀ ਨਾਲ ਸੰਬੰਧ ਰੱਖਦੇ ਨੇ। ਤੋ ਇੱਕ ਸਵਾਲ ਆਇਆ ਕਿ ਜਿਸ ਵੇਲੇ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ, ਕਿਉਂਕਿ ਅੱਜ ਕੱਲ੍ਹ ਅਸੀਂ ਸਿੱਖ ਰਹਿਤ ਮਰਿਆਦਾ ਉਹ ਚੱਲ ਰਹੀ ਹੈ ਕਾਫੀ ਦੇਰ ਤੋਂ, ਵੀਰ ਹਰਜੀਤ ਸਿੰਘ ਜੀ ਕਰਦੇ ਨੇ ਹਰ ਬੁੱਧਵਾਰ ਤੇ ਵੀਰਵਾਰ। ਉਹਦੇ 'ਚ ਨਾਮ ਰੱਖਣ ਦੀ ਗੱਲ ਆਈ ਸੀ ਤਾਂ ਇੱਕ ਸਵਾਲ ਆਇਆ ਸੰਗਤ ਵਿੱਚੋਂ ਕਿ ਕਿਆ ਜਿਸ ਵੇਲੇ ਨਾਮ ਰੱਖਿਆ ਜਾ ਸਕਦਾ, ਨਿਤਨੇਮ ਦੀਆਂ ਬਾਣੀਆਂ 'ਚ ਕੋਈ ਅੱਖਰ ਲੈ ਕੇ ਉਹਦਾ ਨਾਮ ਜਿਹੜਾ ਉਹ ਤਜਵੀਜ਼ ਕੀਤਾ ਜਾ ਸਕਦਾ।
ਤੋ ਇਹਦੇ ਬਾਰੇ ਆਪਾਂ ਵਿਚਾਰ ਆਪਸ 'ਚ ਸਾਂਝੀ ਕੀਤੀ ਹੈ ਤੇ ਹੁਣ ਭਾਈ ਮਨਿੰਦਰ ਕੌਰ ਜੀ ਤੁਹਾਨੂੰ ਆਪਣੇ ਇਹਦੇ ਬਾਰੇ ਸਮ ਅਪ ਕਰਨਗੇ ਜੀ। ਭੈਣ ਜੀ ਤੁਸੀਂ ਦੱਸੋ ਵੀ ਨਾਮ ਰੱਖਣ ਲਈ ਮੋਟੀਆਂ ਮੋਟੀਆਂ ਗੱਲਾਂ, ਬਾਕੀ ਤੇ ਸ਼ਰਤਾਂ ਜਿਹੜੀਆਂ ਨੇ ਉਹ ਜੋ ਮਰਿਆਦਾ ਹੈ ਉਹ ਵੀ ਹਰਜੀਤ ਸਿੰਘ ਨੇ ਦੱਸਤੀ ਹੈ ਪੂਰੀ ਡਿਟੇਲ ਵਿੱਚ। ਪਰ ਇਹ ਜਿਹੜਾ ਹੁਣ ਸਵਾਲ ਆਇਆ ਕਿ ਨਾਮ ਰੱਖਣ ਲਈ ਨਿਤਨੇਮ ਦੀਆਂ ਬਾਣੀਆਂ 'ਚੋਂ ਤਜਵੀਜ਼ ਕੀਤਾ ਜਾ ਸਕਦਾ ਕਿ ਨਹੀਂ, ਉਹ ਕਿਰਪਾ ਕਰੋ ਜੀ ਭੈਣ ਮਨਿੰਦਰ ਕੌਰ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਜੀ। ਜਿਸ ਤਰ੍ਹਾਂ ਕਿ ਵੀਰ ਜੀ ਨੇ ਗੱਲ ਕੀਤੀ ਹੈ ਕਿ ਬੱਚੇ ਦਾ ਨਾਂ ਰੱਖਣ ਲਈ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਅੱਖਰ ਲੈ ਕੇ ਤਜਵੀਜ਼ ਕੀਤਾ ਜਾ ਸਕਦਾ ਹੈ ਕਿ ਤੇ ਵੀਰ ਜੀ ਨੇ ਗੱਲ ਕਰ ਹੀ ਦਿੱਤੀ ਹੈ ਕਿ ਇਹ ਸਵਾਲ ਰਹਿਤ ਮਰਿਆਦਾ ਵਿੱਚੋਂ ਹੈ ਤੇ ਵੀਰ ਹਰਜੀਤ ਸਿੰਘ ਜੀ ਨੇ ਜਨਮ ਤੇ ਨਾਮ ਸੰਸਕਾਰ ਵਿੱਚ ਸਾਰੇ ਹੀ ਪੱਖ ਸਪਸ਼ਟ ਕੀਤੇ ਹਨ ਕਿ ਬੱਚੇ ਦਾ ਨਾਮ ਕਦੋਂ ਤੇ ਕਿਵੇਂ ਰੱਖਣਾ ਹੈ। ਪਰ ਸਵਾਲ ਹੈ ਨਾਮ ਬਾਣੀ ਦੇ ਨਾਮ ਤੇ ਜਾਂ ਬਾਣੀ ਵਿੱਚ ਆਏ ਅੱਖਰਾਂ ਵਿੱਚੋਂ ਲਿਆ ਜਾ ਸਕਦਾ ਹੈ ਕਿ ਤੇ ਨਾਮ ਦੀ ਜਦ ਅਸੀਂ ਯਾਚਨਾ ਕਰਦੇ ਹਾਂ ਉਸ ਦੇ ਲਈ ਜਦ ਅਰਦਾਸ ਕੀਤੀ ਜਾਂਦੀ ਹੈ ਤੇ ਫਿਰ ਜਿਹੜੇ ਗ੍ਰੰਥੀ ਸਿੰਘ ਜੀ ਹਨ ਉਹ ਜਿਹੜਾ ਹੁਕਮਨਾਮਾ ਲੈਂਦੇ ਹਨ ਤੇ ਉਹ ਕੋਈ ਨਾਂ ਸੁਝਾਉਂਦੇ ਹਨ ਜਿਸ ਨੂੰ ਕਿ ਨਾਮ ਤਜਵੀਜ਼ ਕਰਨਾ ਕਹਿੰਦੇ ਹਾਂ। ਤੇ ਤਜਵੀਜ਼ ਦੇ ਹੋਰ ਵੀ ਅਰਥ ਹਨ ਜਿਵੇਂ ਫੈਸਲਾ ਕਰਨਾ, ਨਿਰਣਾ ਕਰਨਾ, ਇੰਤਜ਼ਾਮ ਕਰਨਾ ਜਾਂ ਸੰਮਤੀ ਜਾਂ ਆਪਣੀ ਰਾਏ ਦੇਣਾ ਆਦਿ। ਤੇ ਗੱਲ ਜੋ ਤਜਵੀਜ਼ ਕੀਤੀ ਜਾਂਦੀ ਹੈ ਉਸ ਨੂੰ ਮੰਨਿਆ ਵੀ ਜਾ ਸਕਦਾ ਹੈ, ਸੋਧ ਵੀ ਕੀਤੀ ਜਾ ਸਕਦੀ ਹੈ, ਰੱਦ ਵੀ ਕੀਤੀ ਜਾ ਸਕਦੀ ਹੈ। ਇਹ ਆਖਰੀ ਹੁਕਮ ਨਹੀਂ ਹੈ, ਇਹ ਫੈਸਲਾ ਨਹੀਂ ਹੈ ਜੋ ਕਿ ਮੰਨਣਾ ਹੀ ਪੈਣਾ ਹੈ। ਹੁਣ ਇਹ ਘਰ ਵਾਲਿਆਂ ਤੇ ਹੈ ਕਿ ਉਹ ਨਾਮ ਜਿਹੜਾ ਗ੍ਰੰਥੀ ਸਿੰਘ ਨੇ ਕਿਹਾ ਜਾਂ ਤਜਵੀਜ਼ ਕੀਤਾ ਹੈ ਉਹ ਰੱਖਣਾ ਹੈ ਜਾਂ ਕੋਈ ਹੋਰ ਨਾ ਰੱਖਣਾ ਹੈ। ਤੇ ਅੱਜ ਕੱਲ ਰਿਵਾਜ ਜਿਹਾ ਹੋ ਗਿਆ ਹੈ ਕਿ ਕੋਈ ਨਵਾਂ ਜਿਹਾ ਨਾ ਰੱਖਿਆ ਜਾਏ ਜਿਹੜਾ ਕਿਸੇ ਦਾ ਹਾਲੀ ਤਾਈਂ ਸੁਣਿਆ ਨਾ ਹੋਵੇ। ਫਿਰ ਲੱਭਦੇ ਹਾਂ ਇਹ ਨਹੀਂ, ਉਹ ਨਹੀਂ ਰੱਖਣਾ, ਇਹ ਨਹੀਂ ਰੱਖਣਾ ਹੈ, ਉਸ ਦਾ ਨਾਮ ਹੈ। ਫਿਰ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਸ ਵਿੱਚ ਬਹੁਤ ਸਾਰੇ ਅੱਖਰ ਇਸ ਤਰ੍ਹਾਂ ਦੇ ਆਉਂਦੇ ਹਨ ਜਿਨ੍ਹਾਂ ਨੂੰ ਅਸੀਂ ਬੱਚੇ ਦੇ ਨਾਮ ਦੇ ਤੌਰ ਤੇ ਬੁਲਾਉਣਾ ਚਾਹੁੰਦੇ ਹਾਂ। ਤੇ ਜੇ ਬਾਣੀ ਦੇ ਨਾਮ ਤੇ ਨਾਮ ਰੱਖਣਾ ਹੈ ਤੇ ਜਿਵੇਂ ਆਸਾ ਦੀ ਵਾਰ ਹੈ ਤੇ ਨਾਮ ਰੱਖ ਲਿਆ ਆਸਾ ਸਿੰਘ, ਜਪ ਬਾਣੀ ਤੋਂ ਜਪ ਕੌਰ, ਜਪਜੀਤ ਕੌਰ, ਜਪਮਨ ਕੌਰ ਤੇ ਅੱਜ ਕੱਲ ਸੁਖਮਨੀ ਕੌਰ ਵੀ ਰੱਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਜਾਪ ਸਾਹਿਬ ਦੀ ਬਾਣੀ ਵਿੱਚੋਂ ਕਈ ਨਾਂ ਰੱਖੇ ਜਾਂਦੇ ਹਨ ਜਿਵੇਂ ਬਾਣੀ ਦੇ ਵਿੱਚ ਆਏ ਅੱਖਰ ਹਨ ਅਨੂਪ, ਅਮਿਤੋਜ, ਜਗਦੀਸ਼, ਜਗਦੀਸ਼ਵਰ, ਹਮੇਸ਼ੁਰ ਆਦਿ। ਜਾਪ ਸਾਹਿਬ ਜੀ ਵਿੱਚੋਂ ਇਸ ਤਰ੍ਹਾਂ ਦੇ ਅੱਖਰਾਂ ਤੇ ਬੱਚਿਆਂ ਦੇ ਨਾਂ ਰੱਖੇ ਜਾ ਰਹੇ ਹਨ। ਪਰ ਕਈ ਵਾਰ ਕੀ ਹੁੰਦਾ ਹੈ ਕਿ ਪਰਿਵਾਰ ਵਾਲੇ ਸੋਚਦੇ ਹੀ ਰਹਿ ਜਾਂਦੇ ਹਨ ਕਿ ਕਿਹੜਾ ਨਾਂ ਰੱਖੀਏ, ਕਿਹੜਾ ਨਾਂ ਰੱਖਣਾ ਹੈ ਤੇ ਕਹਿ ਦਿੰਦੇ ਹਨ ਕਿ ਚਲੋ ਬਾਅਦ ਵਿੱਚ ਰੱਖ ਲਵਾਂਗੇ, ਅੱਖਰ ਤੇ ਲੈ ਹੀ ਲਿਆ ਹੈ। ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ। ਜਿਹੜਾ ਵੀ ਨਾਂ ਰੱਖਿਆ ਹੈ ਉਸਦਾ ਜਕਾਰਾ ਵੀ ਨਹੀਂ ਬੁਲਾਉਂਦੇ ਤੇ ਨਾਂ ਜੋ ਵੀ ਰੱਖਿਆ ਜਾਏ ਉਸ ਅੱਗੇ ਜੇ ਬੱਚੀ ਹੈ ਤੇ ਕੌਰ ਲਾ ਕੇ ਤੇ ਜੇ ਬੱਚਾ ਹੈ ਤੇ ਸਿੰਘ ਲਾ ਕੇ ਜਕਾਰਾ ਜ਼ਰੂਰ ਛੱਡਣਾ ਚਾਹੀਦਾ ਹੈ ਜਿਸ ਨਾਲ ਨਾਂ ਪੱਕਾ ਹੋ ਜਾਂਦਾ ਹੈ। ਨਾ ਕੋਈ ਵੀ ਰੱਖੀਏ ਪਰ ਹੋਣਾ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਚਾਹੀਦਾ ਹੈ ਤੇ ਨਾਲ ਹੀ ਸਿੰਘ ਜਾਂ ਕੌਰ ਲੱਗਿਆ ਹੋਣਾ ਚਾਹੀਦਾ ਹੈ ਤੇ ਨਾ ਸੋਚ ਕੇ ਉਸ ਵੇਲੇ ਜਕਾਰਾ ਛੱਡਣਾ ਚਾਹੀਦਾ ਹੈ, ਉਸ ਵੇਲੇ ਜਕਾਰਾ ਜ਼ਰੂਰ ਛੱਡਣਾ ਚਾਹੀਦਾ ਹੈ। ਤੇ ਬਾਕੀ ਫਿਰ ਵੀਰ ਜੀ ਨੇ ਸਾਰੀ ਗੱਲ ਸਾਂਝੀ ਕੀਤੀ ਸੀ ਮਰਿਆਦਾ ਬਾਰੇ ਤੇ ਸੋ ਇੰਨਾ ਹੀ ਕਹਿਣਾ ਚਾਹ ਰਹੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਕੋਈ ਵੀ ਰੱਖੋ ਜੀ। ਭੈਣ ਜੀ ਨੇ ਦੱਸਿਆ ਕਿ ਜ਼ਰੂਰੀ ਹੈ ਕਿ ਹੁਕਮਨਾਮਾ ਲੈ ਕੇ ਜਿਹੜਾ ਪਹਿਲਾ ਅੱਖਰ ਆਏ ਉਸ ਤੋਂ ਤਜਵੀਜ਼ ਕੀਤਾ ਜਾਏ। ਤੋ ਉਹਦਾ ਖਿਆਲ ਰੱਖਣਾ ਚਾਹੀਦਾ ਸਾਧ ਸੰਗਤ ਜੀ ਵੀ ਦੇਖੋ ਜਿਹੜਾ ਨਾਂ ਹੈ ਕਈ ਵਾਰੀ ਇਹਦੇ ਨਾਲ ਵੀ ਕਈ ਐਸੇ ਮਤਲਬ ਵੀ ਮੈਂ ਕਹਾਂਗਾ ਮਨੋਵਿਗਿਆਨਕ ਭਾਵ ਕਈ ਵਾਰ ਜੁੜ ਜਾਂਦੇ ਨੇ ਤੇ ਨਾਮ ਹਮੇਸ਼ਾ ਚੜ੍ਹਦੀ ਕਲਾ ਵਾਲੇ ਹੋਣੇ ਚਾਹੀਦੇ ਨੇ। ਮੈਂ ਜਿਸ ਵੇਲੇ ਪੁਰਾਣੀ ਨਜ਼ਰ ਮਾਰਦਾ ਕਿ ਪੁਰਾਣਿਆਂ ਸਮੇਂ 'ਚ ਨਾਮ ਕੀ ਹੁੰਦੇ ਸੀ ਜੀ, ਸ਼ੇਰ ਸਿੰਘ, ਬਘੇਲ ਸਿੰਘ, ਧਰਤੀ ਧਕੇਲ ਸਿੰਘ, ਮਤਲਬ ਉਂਝ ਹੀ ਨਾਂ ਸੁਣ ਕੇ ਨਾ ਬੰਦੇ ਦਾ ਮਤਲਬ ਵੀ ਥੋੜਾ ਜਿਹਾ ਉਤਸ਼ਾਹ ਆ ਜਾਂਦਾ। ਸੋ ਇਸ ਕਰਕੇ ਨਾਮ ਜਿਹੜਾ ਹੈ ਚੜ੍ਹਦੀ ਕਲਾ ਵਾਲਾ ਰੱਖੀਏ ਕੋਈ ਵੀ। ਹਾਂ ਇੱਕ ਗੱਲ ਬੜੀ ਜ਼ਰੂਰੀ ਹੈ ਵੀ ਜਿਸ ਵੇਲੇ ਜਕਾਰਾ ਲਗਾ ਦਿੱਤਾ ਬਈ ਫਾਰ ਐਗਜ਼ਾਮਪਲ ਇਹਦਾ ਨਾਮ ਸੁਰਜੀਤ ਸਿੰਘ ਹੈ ਜਾਂ ਇਹਦਾ ਨਾਮ ਪ੍ਰੀਤਮ ਨੇ ਪ੍ਰਵਾਨਗੀ ਦਿੱਤੀ ਹੈ
ਸੰਗਤ ਨੇ ਜਿਸ ਦੀ ਪ੍ਰਵਾਨਗੀ ਦਿੱਤੀ ਹੈ ਉਸੇ ਨਾਮ ਨਾਲ ਬੁਲਾਓ, ਕੋਈ ਹਰਜ ਨਹੀਂ। ਅਗਰ ਅਸੀਂ ਕਈ ਵਾਰ ਪਤਾ ਨਹੀਂ ਕੀ ਹੁੰਦਾ, ਅਸੀਂ ਆਪਣੇ ਛੋਟਾ ਬੱਚਾ ਹੈ, ਸਮਝੋ ਉਹਦਾ ਨਾਮ ਸੁਰਿੰਦਰ ਸਿੰਘ ਹੈ, ਤੇ ਅਸੀਂ ਉਹਨੂੰ ਜ਼ਰੂਰ ਛਿੰਦਾ ਜਾਂ ਕੋਈ ਨਹੀਂ ਕਹੀਏ, ਉਹਨੂੰ ਸੁਰਿੰਦਰ ਸਿੰਘ ਕਹੀਏ, ਨਾਲ ਸਿੰਘ ਵੀ ਜ਼ਰੂਰ ਲਾਈਏ। ਇਹ ਨਹੀਂ ਕਿ ਸਿੰਘ ਕੋਰ ਲਾਣਾ ਹੀ ਹੈ, ਬੁਲਾਣਾ ਵੀ ਹੈ। तो ये आदत पालो बहुत औखा नहीं है। मैं कई बजुर्गों को जानना कि जिस वे उस मैं बचपन सीगा तो उन्होंने पूरा नाम लैके सारे बुलाना, छोटे छोटे बच्चे नूं, और वो तो एक स्टैप होर अगे जाते सीगे, जो वह नाम से अगे सिंह दे नाल जी भी लाते सी। बड़ी मतलब मिठास है, निम्रता है। पर एक गल बड़ी पक्की है कि निक नेम की अज एडी मशहूरी है कि हुण तक कई बार गुरुद्वारे के प्रबंधक, बड़े बड़े वड्डे प्रचारक वो निकनेम नाल ज़्यादा मतलब भी मशहूर होए ने, ते वो गल जिहड़ी है वो उन्हां दा असल नाम जिहड़ा पता ही नहीं। सो इस करके निकनेम जिहड़े ने इन्हां नूं बहुता उत्साहित नहीं करना चाहिए। कई बच्चे जिहड़े ने जवान हो जांदे ने, विआहे जांदे ने, ते मुड़ के उन्हां दियां मतलब भी जिहड़ियां वाइफ्स ने वो भी उन्हां निकनेम नाल बुलांदियां ने भी इधर आ भी फलाना कर। ते गल जिहड़ी है कोई बहुती जचदी नहीं है। देखो जिहड़ा गुरु नानक दा मत है ना, चढ़दी कला दा मत है। साडे हर कर्म विच, साडे हर अखर विच चढ़दी कला होनी चाहिदी है। तो इसलिए ये भी जो जिहड़ा नाम है, मैं पहले कहा कि ये मनोविज्ञानक साइकोलॉजिकल बड़ियां टच होंदे ने। सो इस करके ना रखिए चढ़दी कला वाले, तो बुलाइए चढ़दी कला दे नाल हरेक दा नाम। हाँ, वैसटर्न वर्ल्ड विच एक थोड़ी जी समस्या है कि इत्थे जिसले बच्चा जन्म लैंदा है हस्पताल दे विच, तां उन्हां नूं विदिन 24 आवर्स या 48 आवर्स ਵੱਖ-ਵੱਖ ਥਾਂ ਤੇ उन्हां नूं नाम दसना पैंदा है। ਜਿਹੜਾ ਨਾਮ ਦੱਸੋ ਫਿਰ ਬਰਥ ਸਰਟੀਫਿਕੇਟ 'ਚ ਉਹ ਰਹਿੰਦਾ ਤੇ ਉਹੀ ਰਹਿੰਦਾ। ਇਸ ਕਰਕੇ ਉੱਥੇ ਜਿਹੜੀ ਸਾਡੀ ਰਹਿਤ ਬਰਤ 'ਚ ਲਿਖਿਆ ਵੀ ਚਲੇ ਬੱਚੀ ਜਿਹੜੀ ਹੈ ਉਹ ਠੀਕ ਠਾਕ ਹੋ ਜੇ ਤੇ ਆਪਣੇ ਬੱਚੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਆਵੇ। ਇਹਦੇ ਬਾਰੇ ਮੈਂ ਬਿਲਕੁਲ ਹੁਣ ਤਾਂ ਕਰ ਇੱਕ ਸੰਗਤ 'ਚ ਵੀ ਇਹਦੀ ਫੀਡਬੈਕ ਆ ਸਕਦੀ ਹੈ ਕਿ ਉਹਦੇ 'ਚ ਇੱਕ ਮਜਬੂਰੀ ਹੋ ਜਾਂਦੀ ਹੈ, ਕਿਉਂਕਿ ਵੈਸਟਰਨ ਵਰਲਡ ਦੇ ਵਿੱਚ ਜਿਵੇਂ ਬੇਨਤੀ ਕੀਤੀ ਹੈ ਕਿ 24 ਆਵਰਸ ਜਾਂ 48 ਆਵਰਸ ਉਹਦੇ ਵਿੱਚ ਨਾ ਨਾਮ ਪ੍ਰਪੋਜ਼ ਉਹਨਾਂ ਨੂੰ ਦੱਸਣਾ ਪੈਂਦਾ हॉस्पिटल अथॉरिटीज़ में। वो फिर उसका बर्थ सर्टिफिकेट उदे ही बनना, तो वो फिर वो ही रहिंदा, उन्हें चेंज करना बड़ा मुश्किल होता है। तो इस करके वो जिहड़ी मद हैगी ਉਹਦੇ बारे थोड़ा जिहा अगर किसी की कोई फीडबैक होएगी आपां बाद विच ले लांगे। ये बेनती जिहड़ी है ये भी आपने नज़र च रखनी जी। तो आओ साध संगत जी, मैं जिथे भैन जी का धन्नवाद करदा उत्थे आप जी का भी धन्नवाद करदा कि तुसीं सवाल भेजदे हो, उन्हां नूं फिर लभण लई असीं समां लाउने आ, फिर तुहाडे नाल असीं डिस्कस करदे हां ਤੇ ਉਹਦੇ ਚੋਂ ਸਾਨੂੰ ਬੜਾ ਕੁਝ ਮਿਲਦਾ ਹੈ। ਹੁਣ ਵੀਰ ਤੇਜਿੰਦਰ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ। ਮੈਂ ਜਿਵੇਂ ਤੁਸੀਂ ਕਿਹਾ ਕਿ ਵੈਸਟਰਨ ਵਰਲਡ ਦੇ ਵਿੱਚ, ਤੇ ਇਸ ਤਰ੍ਹਾਂ ਮੈਂ ਪਿੱਛੇ ਜਿਵੇਂ ਆਸਟ੍ਰੇਲੀਆ 'ਚ ਰਹਿ ਕੇ ਆਇਆ ਤੇ ਉੱਥੇ ਵੀ ਇਹ ਸਮੱਸਿਆ ਹੈ ਕਿ ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਉਹਨੂੰ ਇਮੀਡੀਏਟਲੀ, ਜਿਵੇਂ ਤੁਸੀਂ ਕਿਹਾ ਹੈ ਕਿ 24-48 ਘੰਟਿਆਂ ਦੇ ਵਿੱਚ ਉਹਨਾਂ ਨੂੰ ਨਾਂ ਦੇਣਾ ਹੁੰਦਾ ਤਾਂ ਕਿ ਉਹਦਾ ਬਰਥ ਸਰਟੀਫਿਕੇਟ ਉਸ ਹਿਸਾਬ ਨਾਲ, ਉਹਦਾ ਮੈਡੀਕਲ ਕਾਰਡ ਵਗੈਰਾ ਵੀ ਉਸ ਤਰ੍ਹਾਂ ਉਹਦਾ ਬਣਦਾ ਹੈ, ਫਿਰ ਉਹਦਾ ਪਾਸਪੋਰਟ ਵੀ ਉਸ ਤਰ੍ਹਾਂ ਬਣਦਾ ਹੈ। ਤੇ ਮੈਂ ਇਹ ਬੇਨਤੀ ਕਰਦਾ ਕਿ ਜਿੱਥੇ ਗੁਰਸਿੱਖਾਂ ਦੇ ਘਰ ਵਿੱਚ ਜਦੋਂ ਇਹ ਬੱਚੇ ਦੀ ਆਮਦ ਹੋਵੇ ਤਾਂ ਉਸੇ ਵੇਲੇ ਹੀ ਜਾਂ ਉਸ ਤੋਂ ਅਗਲੇ ਦਿਨ ਗੁਰਦੁਆਰਾ ਸਾਹਿਬ ਵਿੱਚ ਜਾ ਕਰਕੇ ਹੈਡ ਗ੍ਰੰਥੀ ਸਾਹਿਬ ਨੂੰ ਕਿਹਾ ਜਾਏ, ਬੇਨਤੀ ਅਰਦਾਸ ਕਰਾਈ ਜਾਏ ਕਿ ਸਾਡੇ ਘਰ ਇੱਕ ਬੱਚੇ ਦਾ ਜਿਹੜਾ ਹੈ ਆਮਦ ਹੋਈ ਹੈ, ਉਹਦਾ ਜਨਮ ਹੋਇਆ, ਤੇ ਆਪ ਜੀ ਹੁਕਮਨਾਮਾ ਲੈ ਕਰਕੇ ਸਾਨੂੰ ਕੋਈ ਅੱਖਰ ਦਿਓ ਜਿਸ ਤੇ ਅਸੀਂ ਨਾਮ ਰੱਖ ਸਕੀਏ। ਤੇ ਉਹ ਨਾਮ ਲੈ ਕਰਕੇ मतलब कि तजवीज़ करके, जिवें तुसीं कहा कि वो तजवीज़ करते हैं, प्रपोज करते हैं, तो वो प्रपोजल लै करके असीं उत्थे उस प्रपोजल के अखर का जिहड़ा है वो जकारा बुला सकते हैं। तो फिर घर आके कंप्लीट नेम रख के फिर जो बच्चा और माँ उसकी जिहड़ी है वो ठीक हो जाए तो फिर उत्थे जाके कंप्लीट ना रख के उत्थों जिहड़ा जकारा बुलाया जा सकता है। मेरी ये तजवीज़ है इस प्रॉब्लम को सॉल्व करने की। आस है आप इसनूं प्रवान करोगे। वाहिगुरू जी का खालसा, वाहिगुरू जी की फतेह। वीर जी धन्नवाद। मैं थोड़ा जिहा ਇਹਨੂੰ ਹੋਰ ਕਲੀਅਰ ਕਰਨਾ ਚਾਹੁੰਦਾ ਕਿਉਂਕਿ ਦਾਸ ਨੂੰ ਵੀ ਇਸੇ ਤਰ੍ਹਾਂ ਆਪਣੇ ਗ੍ਰੈਂਡ ਚਿਲਡਰਨ ਹੋਏ ਨਾ, ਤੇ ਇਹੀ ਕੀਤਾ ਗਿਆ ਕਿ ਇਮੀਡੀਏਟਲੀ ਗੁਰਦੁਆਰਾ ਸਾਹਿਬ ਗਏ, ਉੱਥੇ ਜਾ ਕੇ ਅਰਦਾਸ ਕਰਾਈ ਗਈ ਔਰ ਹੁਕਮਨਾਮਾ ਲੈ ਕੇ ਜਿਹੜਾ ਅੱਖਰ ਆਇਆ ਉਸ ਅੱਖਰ ਦੇ ਨਾਮ ਨਾਲ ਜਿਹੜਾ ਕਰਕੇ ਤੇ ਹਸਪੀਟਲ ਦੇ ਦਿੱਤਾ ਗਿਆ। ਪਰ ਦੁਬਾਰਾ ਜਿਸ ਵੇਲੇ ਬੱਚੀ ਠੀਕ ਹੋ ਜਾਂਦੀ ਹੈ ਹਾਜ਼ਰੀ ਭਰਨ ਲਈ ਤੇ ਆਵੇ, ਪਰੰਤੂ ਨਾਮ ਦਾ ਜਕਾਰਾ ਤਾਂ ਪਹਿਲਾਂ ਹੀ ਲੱਗ ਜਾਂਦਾ ਹੈ। ਉਹ ਮੇਰੇ ਖਿਆਲ ਦੁਬਾਰਾ शायद मेरे भी कुछ सुनने में प्रॉब्लम आ गई या फर्क आ सकता, तो वो नाम तो रखा गया। सपोज अज बच्चे का जन्म होया, गुरुद्वारा साहब गए, उत्थे अरदास की, हुक्मनामा लिया और जिहड़ा नाम सीगा वो तजवीज़ हो गया, जकारा लग गया, वो हस्पताल दे दिता। हाँ, उस तो बाद ठीक है कि 10-15 दिन बाद
ਬੱਚੀ ਤੇ ਛੋਟਾ ਬੱਚਾ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਆਉਣ ਹਾਜ਼ਰੀ ਭਰਨ, ਸਤਿਗੁਰੂ ਦਾ ਸ਼ੁਕਰਾਨਾ ਕਰਨ। ਵੀਰ ਤੇਜਿੰਦਰ ਸਿੰਘ ਜੀ, ਆਪ ਜੀ ਦੇ ਇਸ ਇਨਪੁਟ ਲਈ ਬਹੁਤ ਬਹੁਤ ਧੰਨਵਾਦ। ਤਾਂ ਆਓ ਸਾਧ ਸੰਗਤ ਜੀ, ਅਗਲਾ ਸਵਾਲ ਜਿਹੜਾ ਹੈ ਉਹ ਭੈਣ ਤੇਜਿੰਦਰ ਕੌਰ ਜੀ ਦਾ ਹੈ ਕਿ ਗੁਰਬਾਣੀ ਦੇ ਸਰਲ ਨੇਮ ਕਿਤਾਬ ਨੰਬਰ 12 ਉਹਦੇ ਇਸਤਰੀ ਲਿੰਗ ਨਾਮ ਜਿਹੜੇ ਨੇ, ਜਿਹੜੇ ਸੰਸਕ੍ਰਿਤ ਵਿੱਚ ਆਏ ਨੇ, ਉਹਨਾਂ ਬਾਰੇ ਸਾਨੂੰ ਦੱਸਿਆ ਜਾਏ। ਤੋ ਸਾਜਗੀਰ ਸਿੰਘ ਜੀ, ਤੁਹਾਨੂੰ ਬੇਨਤੀ ਹੈ, ਕਿਰਪਾ ਕਰੋ ਅਨਮਿਊਟ ਹੋ ਜਾਓ ਔਰ ਇਸ ਸਵਾਲ ਦਾ ਤੁਸੀਂ ਸਾਨੂੰ ਸਮਾਧਾਨ ਦਿਓ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਹਾਂਜੀ, ਸਵਾਲ ਇਸ ਤਰ੍ਹਾਂ ਆਇਆ ਜੀ, ਇਸਤਰੀ ਲਿੰਗ ਨਾਮ ਜੋ ਸੰਸਕ੍ਰਿਤ ਬੋਲੀ ਵਿੱਚੋਂ ਆਏ ਹਨ, ਉਹਨਾਂ ਬਾਰੇ ਵਿਸਥਾਰ ਨਾਲ ਦੱਸਿਆ ਜਾਵੇ। ਪਹਿਲਾ ਪੁਆਇੰਟ ਇਹ ਹੈ ਜੀ, ਇਸਤਰੀ ਲਿੰਗ ਨਾਵਾਂ ਦੇ ਅੰਤ ਵਿੱਚ ਆਮ ਤੌਰ ਤੇ ਮੁਕਤਾ ਹੀ ਆਉਂਦਾ ਹੈ, ਜਿਵੇਂ ਦੇ, ਧਨ, ਬਾਤ, ਭੁੱਖ, ਧੋਖ, ਧੀਰ, ਪਿਆਸ, ਖੇ, ਸੇਵ, ਵੇਲ, ਘਾਲ, ਠੌਰ, ਗਣਤ, ਜੰਝ, ਮਹਿਲ, ਕਲਮ, ਬਾਟ, ਪੂਜ, ਭੂਖ, ਨੀਂਦ, ਕੰਧ, ਤਿੱਖ, ਪੀੜ, ਪੀਰ ਆਦਿ। ਇਸ ਤਰ੍ਹਾਂ ਦੇ ਸ਼ਬਦ, ਇਹਨਾਂ ਸਾਰੇ ਸ਼ਬਦਾਂ ਦਾ ਅਖੀਰਲਾ ਅੱਖਰ ਮੁਕਤਾ ਹੀ ਹੈ ਜੀ। ਦੂਸਰਾ ਹੈ ਜੀ, ਕਈ ਅਜਿਹੇ ਇਸਤਰੀ ਲਿੰਗ ਨਾਮ ਵੀ ਹਨ ਜਿਨ੍ਹਾਂ ਦੇ ਅੰਤ ਵਿੱਚ ਹਮੇਸ਼ਾ ਔਂਕੜ ਆਉਂਦਾ ਹੈ। ਇਹ ਔਂਕੜ ਸ਼ਬਦਾਂ ਦਾ ਆਪਣਾ ਹੈ। ਸੰਸਕ੍ਰਿਤ ਵਿੱਚੋਂ ਆਉਣ ਸਮੇਂ ਇਹ ਸ਼ਬਦ ਆਪਣਾ ਮੌਲਿਕ ਔਂਕੜ ਨਾਲ ਹੀ ਲੈ ਕੇ ਆਏ ਹਨ। ਇਹ ਔਂਕੜ ਵੇਖ ਕੇ ਸਾਨੂੰ ਇੱਕ ਵਚਨ ਪੁਲਿੰਗ ਦਾ ਭੁਲੇਖਾ ਨਹੀਂ ਪੈਣਾ ਚਾਹੀਦਾ, ਕਿਉਂਕਿ ਇੱਕ ਵਚਨ ਪੁਲਿੰਗ ਦੇ ਆਮ ਤੌਰ ਤੇ ਅਖੀਰਲੇ ਅੱਖਰ ਨੂੰ ਔਂਕੜ ਹੁੰਦਾ, ਪਰ ਇਸਤਰੀ ਲਿੰਗ ਨਾਵਾਂ ਦੇ ਨਾਲ ਵੀ ਅਖੀਰਲੇ ਅੱਖਰ ਨੂੰ ਔਂਕੜ ਹੈ। ਸਾਨੂੰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਇਹ ਇਸਤਰੀ ਲਿੰਗ ਹੈ ਜਾਂ ਇਹ ਪੁਲਿੰਗ ਹੈ ਜੀ। ਤੇ ਜਿਸ ਤਰ੍ਹਾਂ ਅੰਸ਼, ਸਾਸ, ਹਿੰਗ, ਕਫ, ਕਲਤ, ਖਾਕ, ਖੰਡ, ਖੜ, ਚਿੰਜ, ਛਾਰ, ਜਿੰਦ, ਜਰ, ਤੰਤ, ਦੱਬ, ਦਰਦ, ਢੇਨ, ਧਾਤ, ਪੌਣ, ਫੇਨ, ਵਸਤ, ਬਿਖ, ਬੇਨ, ਬਿੰਦ, ਭਸ, ਮਸ, ਮੁਸ਼ਕਲ, ਮਲ, ਮੈਲ, ਰੇਨ, ਰਕਤ, ਰਤ, ਰੇਤ, ਲਾਜ, ਬਾਉ, ਬਿਸ, ਵੰਸ਼ ਜੀ, ਬਸਤ, ਬੱਥ, ਭੰਡ ਆਦਿ। ਇਹਨਾਂ ਸਾਰੇ ਸ਼ਬਦਾਂ ਦੇ ਨਾਲ ਅਖੀਰਲਾ ਅੱਖਰ ਔਂਕੜ ਦੇ ਨਾਲ ਆਉਂਦਾ ਹੈ ਜੀ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਪੁਲਿੰਗ ਇਸਤਰੀ ਇੱਕ ਵਚਨ ਨੇ, ਇਹ ਸਾਰੇ ਸ਼ਬਦ ਇਸਤਰੀ ਲਿੰਗ ਹਨ ਜੀ। ਤੀਸਰਾ ਹੈ ਜੀ, ਸ਼ਬਦਾਂ ਨੂੰ ਇਸਤਰੀ ਲਿੰਗ ਬਣਾਉਣ ਲਈ ਅੰਤਲੇ ਅੱਖਰ ਨੂੰ ਸਿਹਾਰੀ ਲਾਈ ਜਾਂਦੀ ਹੈ, ਜਿਵੇਂ ਭੰਡਾਰਨ, ਅਹਰਨ, ਸੁਹਾਗਣ, ਪਰਦੇਸਨ, ਕਲਾਲਨ, ਬੈਰਨ, ਮਾਲਨ, ਬੰਜਾਰਨ, ਬੈਰਾਗਨ, ਸਾਹਨ, ਸਾਪਨ, ਪੜੋਸਨ, ਸੌਕਨ, ਗੀਹਨ, ਤੇਜਨ, ਧੋਚਾਰਨ, ਕਾਮਨ, ਤੁਰਨ, ਰੈਨ, ਪ੍ਰਭਾਤ ਆਦਿ। ਇਹ ਸਾਰੇ ਸ਼ਬਦ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗਦੀ ਹੈ ਜੀ। ਜਿਹੜੇ ਫਾਰਸੀ ਤੇ ਅਰਬੀ ਵਿੱਚੋਂ ਵੀ ਜਿਹੜੇ ਸ਼ਬਦ ਇਸਤਰੀ ਲਿੰਗ ਆਉਂਦੇ ਨੇ, ਉਹਨਾਂ ਦੇ ਅੰਤ ਦੇ ਵਿੱਚ ਵੀ ਸਿਹਾਰੀ ਲੱਗਦੀ ਹੈ, ਜਿਵੇਂ ਅਕਲ, ਇੱਲਤ, ਸਿਫਤ, ਸਵਾਸ, ਸਾਬਤ, ਸਲਾਮਤ, ਕੁਦਰਤ, ਕਰਾਮਾਤ, ਖੈਰ, ਨਦਰ, ਜ਼ਰੂਰਤ, ਫਰਮੈਸ਼, ਬਰਾਬਰ, ਮਸਲਤ, ਹਕੀਕਤ ਆਦਿ। ਇਹ ਸਾਰੇ ਸ਼ਬਦ ਫਾਰਸੀ ਤੇ ਅਰਬੀ ਵਿੱਚੋਂ ਆਏ ਨੇ। ਇਹ ਸਾਰੇ ਅਖੀਰਲਾ ਅੱਖਰ ਸਿਹਾਰੀ ਨਾਲ ਆਏ ਨੇ ਜੀ। ਹਾਂਜੀ, ਕਈ ਵਾਰੀ ਇਸਤਰੀ ਲਿੰਗ ਨਾਵਾਂ ਦੇ ਵਿਸ਼ੇਸ਼ਣ ਨਾਲ ਵੀ ਸਿਹਾਰੀ ਲੱਗਦੀ ਹੈ। ਵੈਸੇ ਆਮ ਤੌਰ ਤੇ ਜਿਹੜੇ ਇਹਨਾਂ ਦੇ ਇਸਤਰੀ ਲਿੰਗ ਸ਼ਬਦ ਜਿਹੜੇ ਹੁੰਦੇ ਨੇ, ਉਹਨਾਂ ਦੇ ਵਿਸ਼ੇਸ਼ਣ ਹੁੰਦੇ ਨੇ, ਉਹ ਅਖੀਰਲਾ ਅੱਖਰ ਮੁਕਤਾ ਹੁੰਦਾ ਜੀ। ਜਿਵੇਂ ਸੁੰਦਰ, ਸੁਜਾਨ, ਚਤਰ, ਚੰਚਲ, ਕਰੂਪ, ਪ੍ਰਧਾਨ, ਨਿਰਗੁਣ, ਸਰੂਪ, ਇਹ ਸਾਰੇ ਵਿਸ਼ੇਸ਼ਣ ਹੈਗੇ ਨੇ। ਤੇ ਇਹ ਇਸਤਰੀ ਲਿੰਗ ਵਿਸ਼ੇਸ਼ਣ ਜੇ ਹੋਣ, ਜੇ ਇਸਤਰੀ ਲਿੰਗ ਨਾਮ ਦੇ ਨਾਲ ਇਹ ਵਿਸ਼ੇਸ਼ਣ ਆਏ ਹੋਣ,
ਤਾਂ ਇਹਨਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੁੰਦੀ ਹੈ ਜੀ। ਸੋ ਇਸਤਰੀ ਲਿੰਗ ਨਾਮ ਜਿਹੜੇ ਹੈਗੇ ਨੇ 3 ਰੂਪਾਂ ਵਿੱਚ ਆਉਂਦੇ ਨੇ। ਇੱਕ ਅੰਤਲਾ ਅੱਖਰ ਮੁਕਤਾ, ਦੂਸਰਾ ਹੈ ਅੰਤਲਾ ਅੱਖਰ ਔਂਕੜ ਤੇ ਤੀਸਰਾ ਹੈ ਅਖੀਰਲੇ ਅੱਖਰ ਨੂੰ ਸਿਹਾਰੀ। ਜੇਕਰ ਇਸਤਰੀ ਲਿੰਗ ਸ਼ਬਦਾਂ ਤੋਂ ਬਾਅਦ ਕੋਈ ਵੀ ਸੰਬੰਧਕ ਆ ਜਾਵੇ, ਇਹ ਗੱਲ ਨੋਟ ਕਰਨ ਵਾਲੀ ਹੈ ਜੀ, ਜੇਕਰ ਇਸਤਰੀ ਲਿੰਗ ਸ਼ਬਦਾਂ ਤੋਂ ਬਾਅਦ ਕੋਈ ਵੀ ਸੰਬੰਧਕ ਆ ਜਾਵੇ ਤਾਂ ਅੰਤ ਵਾਲੇ ਅੱਖਰ ਨੂੰ ਲੱਗੀ ਸਿਹਾਰੀ ਜਾਂ ਔਂਕੜ ਉੱਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਭਾਵ ਅਖੀਰਲੇ ਅੱਖਰ ਨੂੰ ਲੱਗੀ ਸਿਹਾਰੀ ਜਾਂ ਔਂਕੜ ਨਹੀਂ ਉਤਰਦਾ ਜੀ। ਇਹ ਕਿਉਂਕਿ ਇਹ ਸ਼ਬਦ ਸਿਹਾਰੀ ਤੇ ਔਂਕੜ ਮੂਲਕ ਰੂਪ ਵਿੱਚ ਆਪਣੇ ਨਾਲ ਇਹ ਲੈ ਕੇ ਆਏ ਨੇ ਜੀ, ਤੇ ਇਹ ਕਦੇ ਵੀ ਨਹੀਂ ਉਤਰਦੇ। ਇਹ ਗੱਲ ਦਾ ਧਿਆਨ ਰੱਖਣਾ ਚਾਹੀਦਾ ਜੀ। ਵੈਸੇ ਸਿਹਾਰੀ ਕਿੱਥੇ ਲੱਗਦੀ ਹੈ, ਕਿਉਂ ਲੱਗਦੀ ਹੈ, ਇਸ ਦੇ 20 ਨਿਯਮ ਹਨ। ਇਸ ਨੂੰ ਵਰਣਨ ਕਰਨ ਲਈ ਕਾਫੀ ਸਮਾਂ ਚਾਹੀਦਾ ਹੈ। ਸੋ ਇੰਨੀ ਹੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਵੀਰ ਜਗੀਰ ਸਿੰਘ ਜੀ, ਬੜੇ ਵਿਸਥਾਰ ਨਾਲ ਔਰ ਬੜਾ ਗੁੰਝਲਦਾਰ ਵਿਸ਼ਾ ਜਿਹੜਾ ਤੁਸੀਂ ਹੱਲ ਕੀਤਾ, ਆਪ ਜੀ ਦਾ ਧੰਨਵਾਦ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਬੋਲੀਆਂ ਨੇ, ਦਰਜਨ ਤੋਂ ਉੱਤੇ ਬੋਲੀਆਂ ਜਿਹੜੀਆਂ ਨੇ ਉਹ ਵਰਤੀਆਂ ਗਈਆਂ ਨੇ। ਉਹਦੇ ਕਈ ਕਾਰਨ ਹੋ ਸਕਦੇ ਨੇ, ਲਾਭ ਵੀ ਨੇ। ਇੱਕ ਤੇ ਰਾਗਾਂ ਨੂੰ ਧਿਆਨ ਰੱਖ ਕੇ ਜਿਹੜੇ ਨੇ ਵੱਖ-ਵੱਖ ਬੋਲੀਆਂ ਦੇ ਸ਼ਬਦ ਜਿਹੜੇ ਨੇ ਉਸ ਹਿਸਾਬ ਲਾਏ, ਜਿਹੜੇ ਰਾਗ ਨੂੰ ਗਾਉਣ ਵਿੱਚ ਮਦਦ ਕਰਦੇ ਨੇ। ਦੂਸਰਾ ਇੱਕ ਵੱਡੀ ਗੱਲ ਇਹ ਹੈ, ਦੇਖੋ ਗੁਰੂ ਸਾਹਿਬਾਨ ਦਾ ਨਜ਼ਰੀਆ ਜਿਹੜਾ ਹੈ ਉਹ ਸੀਗਾ ਸਾਰੀ ਮਨੁੱਖਤਾ ਬਰਾਬਰ ਹੈ। ਇਸੇ ਤਰ੍ਹਾਂ ਕੁਝ ਇੱਕ ਫਿਰਕਿਆਂ ਦੇ ਵਿੱਚ ਇਹ ਸੀਗਾ ਕਿ ਉਹਨਾਂ ਦੀ ਭਾਸ਼ਾ ਪਵਿੱਤਰ ਹੈ ਜੀ, ਬਾਕੀਆਂ ਨਾਲੋਂ ਜ਼ਿਆਦਾ ਸੁਪਰੀਮ ਹੈ। ਪਰ ਗੁਰੂ ਸਾਹਿਬ ਨੇ ਇਹ ਕੀਤਾ ਗੱਲ ਕਿ ਨਹੀਂ, ਐਸੀ ਗੱਲ ਨਹੀਂ ਹੈ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਬਾਣੀ ਦੀ ਰਚਨਾ ਹੋ ਰਹੀ ਸੀ ਉਹਦੇ ਵਿੱਚ ਬਹੁਤ ਸਾਰੀਆਂ ਬੋਲੀਆਂ ਨੂੰ ਲਿਆ ਕੇ ਇਕੁਐਲਿਟੀ, ਸਮਾਨਤਾ ਦਿਖਾਈ ਹੈ ਵੀ ਅਸੀਂ ਸਾਰੀਆਂ ਬੋਲੀਆਂ ਦਾ ਸਤਿਕਾਰ ਕਰਦੇ ਹਾਂ। ਇਹ ਠੀਕ ਹੈ ਕਿ ਅਸੀਂ ਜਿਹੜੀ ਮਾਂ ਬੋਲੀ ਹੈ ਉਹ ਜ਼ਰੂਰ ਸਿੱਖਣੀ ਹੈ, ਮਾਂ ਬੋਲੀ ਨੂੰ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਪਰ ਬਾਕੀ ਬੋਲੀਆਂ ਜਿਹੜੇ ਉਹਨਾਂ ਦਾ ਇਕੁਅਲ ਰਿਸਪੈਕਟ ਕਰਦੇ ਹਾਂ, ਆਦਰ ਕਰਦੇ ਹਾਂ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਬਾਣੀ ਜਿਹੜੀਆਂ ਨੇ ਮਹਾਰਾਜ ਨੇ ਰੱਖੀਆਂ ਨੇ, ਔਰ ਵੱਖ-ਵੱਖ ਭਾਸ਼ਾ ਵਰਤਣ ਦੇ ਨਾਲ ਗਿਆਨ ਦਾ ਖੇਤਰ ਵੀ ਹੋਰ ਵੱਡਾ ਹੁੰਦਾ ਹੈ। ਇਹ ਸਤਿਗੁਰਾਂ ਦਾ ਕਮਾਲ ਸੀ। ਤਾਂ ਆਓ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਐਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਕਿ ਜਿਹਦੇ ਜਿਹੜੇ ਸੇਲੈਂਟ ਫੀਚਰਸ ਨੇ ਜਿੰਨੇ ਮਰਜ਼ੀ ਵਰਣਨ ਕਰ ਲਓ ਉਹ ਬਿਆਨ ਨਹੀਂ ਕੀਤੇ ਜਾ ਸਕਦੇ, ਅਕੱਥ ਨਹੀਂ। ਤਾਂ ਆਓ ਸਾਧ ਸੰਗਤ ਜੀ ਆਪਾਂ ਅਗਲੇ ਸਵਾਲ ਵੱਲ ਚੱਲਦੇ ਹਾਂ। ਅਗਲਾ ਸਵਾਲ ਜਿਹੜਾ ਹੈ ਉਹ ਹੈ ਕਿ ਪੰਥ ਦੇ ਸੰਦਰਭ ਵਿੱਚ ਅਕਾਲ ਤਖਤ ਦਾ ਕੀ ਸਥਾਨ ਹੈ। ਤਾਂ ਮੈਂ ਬੇਨਤੀ ਕਰਾਂਗਾ ਹਰਜੀਤ ਸਿੰਘ ਜੀ, ਕਿਰਪਾ ਕਰਕੇ ਦੱਸੋ ਕਿ ਪੰਥ ਦੇ ਸੰਦਰਭ ਵਿੱਚ ਅਕਾਲ ਤਖਤ ਦਾ ਕੀ ਸਥਾਨ ਹੈ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜ਼ਰੂਰੀ ਕਰ ਦਿੱਤਾ ਕਿ ਸਿੱਖੀ ਦੀ ਨਿਆਰੀ ਹੋਂਦ ਜੋ ਗੁਰੂ ਨਾਨਕ ਦੇਵ ਮਹਾਰਾਜ ਨੇ 136 ਸਾਲ ਪਹਿਲਾਂ ਜਿਹਦਾ ਮੁੱਢ ਬੰਨਿਆ ਸੀ ਉਹਨੂੰ ਛੇਤੀ ਹੀ ਮੁਕੰਮਲ ਕੀਤਾ ਜਾਏ। ਹੁਣ ਤੱਕ ਭਗਤੀ ਦੇ ਨਾਲ ਸ਼ਕਤੀ ਦਾ ਉਹ ਸਿਧਾਂਤ ਪ੍ਰਤੱਖ ਤੌਰ ਤੇ ਸਾਡੇ ਸਾਹਮਣੇ ਨਹੀਂ ਸੀ ਆਇਆ। ਹਾਲਾਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੀ ਭਗਤੀ ਤੇ ਸ਼ਕਤੀ ਦੋ ਸਿਧਾਂਤ ਸਾਡੇ ਸਾਹਮਣੇ ਰੱਖੇ ਸੀ। ਇਸੇ ਵਾਸਤੇ ਇਹਨੂੰ ਨਿਰਮਲ ਪੰਥ ਦਾ ਨਾਮ ਉਸ ਵੇਲੇ ਦੇ ਦਿੱਤਾ ਗਿਆ ਸੀ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਗੁਰਗੱਦੀ ਤੇ ਬੈਠਦਿਆਂ ਸਾਰ ਹੀ ਇਸ ਵੱਲ ਖਾਸ ਧਿਆਨ ਦਿੱਤਾ। ਸ਼ਸਤਰ ਬਲ ਦਾ ਪ੍ਰਯੋਗ ਦੱਸਣ ਦੇ ਲਈ ਆਪ ਸ਼ਸਤਰ ਧਾਰਨ ਕੀਤੇ, ਜਿਹਨੂੰ ਮੀਰੀ ਤੇ ਪੀਰੀ ਅਸੀਂ ਆਖਦੇ ਹਾਂ। ਆਤਮਿਕ ਉਸਾਰੀ ਦੇ ਪ੍ਰੋਗਰਾਮਾਂ ਦੇ ਨਾਲ ਨਾਲ ਮਨੁੱਖ ਨੂੰ ਸ਼ਕਤੀਸ਼ਾਲੀ ਤੇ ਆਜ਼ਾਦ ਹੋਣ ਦਾ ਖਿਆਲ ਪੱਕਾ ਕਰਨ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੇਵਲ ਸ਼ਸਤਰ ਹੀ ਨਹੀਂ ਫੜਾਇਆ, ਸਗੋਂ ਇਹ ਵੀ ਗੱਲ ਦੁਨੀਆ ਦੱਸ ਦਿੱਤੀ ਕਿ ਦੁਨੀਆ ਦੀਆਂ ਸਾਰੀਆਂ ਪਾਤਸ਼ਾਹੀਆਂ ਜਿਹੜੀਆਂ ਹਨ ਉਹ ਝੂਠੀਆਂ ਹਨ। ਇਹ ਭੂਪਤ ਸ਼ਬਦ ਵਿਚਾਰ ਕੇ ਝੂਠੇ ਕਰਦੇ ਦੀ ਵਾਜਾ। ਮਨੁੱਖ ਨੂੰ ਇੱਕੋ ਇੱਕ ਸੱਚੀ ਪਾਤਸ਼ਾਹੀ ਦੀ ਓਰ ਤੱਕਣੀ ਚਾਹੀਦੀ ਹੈ, ਵੇਖਣੀ ਚਾਹੀਦੀ ਹੈ। ਸੱਚਾ ਅਮਰ ਸੱਚੀ ਪਾਤਸ਼ਾਹੀ ਕੇਵਲ ਨਿਰੰਕਾਰ ਦੀ ਹੈ, ਵਾਹਿਗੁਰੂ ਦੀ ਹੈ। ਤੇ ਲੋਕਾਂ ਦਾ ਇੱਕ ਸੁਭਾਅ ਹੁੰਦਾ ਹੈ ਕਿ ਉਹ ਕੁਝ ਗੱਲਾਂ ਨੂੰ ਛੇਤੀ ਗ੍ਰਹਿਣ ਕਰਦੇ ਹਨ ਤੇ ਜੋ ਸਾਹਮਣੇ ਦਿਸਦਾ ਹੋਵੇ ਉਹਨੂੰ ਜਲਦੀ ਗ੍ਰਹਿਣ ਕਰ ਲੈਂਦੇ ਹਨ।
ਇਹ ਮਨੁੱਖੀ ਸੁਭਾਅ ਦੀ ਖਾਸੀਅਤ ਹੈ। ਇਸੇ ਵਾਸਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਪਾਤਸ਼ਾਹੀ, ਤਖਤੋ ਤਾਜ, ਫਰਮਾਨ ਤੇ ਇਹ ਗੱਲ ਸਮਝ ਲਈ ਕਿ ਇਹ ਗੱਲਾਂ ਤਖਤ ਤੋਂ ਬਿਨਾਂ ਸੰਭਵ ਨਹੀਂ ਹਨ। ਇਹ ਫਿਰ ਸਤਿਗੁਰੂ ਪਾਤਸ਼ਾਹ ਨੇ ਕੇਵਲ ਦਰਬਾਰ ਸਾਹਿਬ ਤੋਂ 100-150 ਗਜ ਦੀ ਦੂਰੀ ਤੇ ਨਵੇਂ ਧਰਮ ਸਥਾਨ ਦੀ ਸਥਾਪਨਾ ਕੀਤੀ। ਉਹ ਧਰਮ ਸਥਾਨ ਦਾ ਕੋਈ ਅਰਥ ਨਹੀਂ ਸੀ, ਉਹ ਸਗੋਂ ਦੁਨੀਆ ਦੀਆਂ ਪਾਤਸ਼ਾਹੀਆਂ ਦੀ ਗੁਲਾਮੀ ਤੋਂ, ਦੁਨੀਆ ਦੀ ਪਾਤਸ਼ਾਹੀ ਦੀ ਤਾਬਿਆਦਾਰੀ ਤੋਂ ਛੱਡ ਕੇ ਸਿੱਖਾਂ ਨੂੰ ਇੱਕ ਅਟੱਲ ਰਾਜ ਵਾਲੀ ਸੱਚੀ ਪਾਤਸ਼ਾਹੀ ਦੇ ਲੜ ਲਾਉਣ ਲਈ ਅਕਾਲ ਤਖਤ ਸਾਹਿਬ ਦੀ ਰਚਨਾ ਜਿਹੜੀ ਸੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਾਈ। ਤੋ ਇੱਥੇ ਬੈਠ ਕੇ ਹੀ ਤਖਤ ਦੇ ਉੱਤੇ ਸਤਿਗੁਰੂ ਜੀ ਕਲਗੀ ਸਿਰਾਵੇ ਤਖਤ ਤੇ ਬੈਠ ਕੇ ਫਰਮਾਨ ਜਾਰੀ ਕਰਨ ਦੀ ਰੀਤ ਚੱਲੀ। ਦੁਨਿਆਵੀ ਠਾੜ ਦੇ ਪ੍ਰਤੀਕ ਲਸ਼ਕਰ ਤੇ ਦਵਾਮਿਆਂ ਦਾ ਹੋਣਾ ਜ਼ਰੂਰੀ ਦੱਸਿਆ। ਇਸ ਲੋੜ ਨੂੰ ਸਤਿਗੁਰੂ ਜੀ ਨੇ ਆਪ ਪੂਰਾ ਕੀਤਾ। ਦੁਨੀਆ ਫਿਰ ਆਪ ਜੀ ਨੂੰ ਸੱਚਾ ਪਾਤਸ਼ਾਹ ਕਹਿਣ ਲੱਗ ਪਈ। ਇਹ ਰਵਾਇਤ ਜਿਹੜੀ ਸੀ ਪੰਥ ਦੇ ਅੰਦਰ ਪ੍ਰਵਾਨ ਹੋ ਗਈ। ਲੇਕਿਨ ਪੰਥ ਦੇ ਅੰਦਰ ਜਾਂ ਪੰਥ ਦੀ ਪਰਿਭਾਸ਼ਾ ਜਿਹੜੀ ਹੈ ਉਹਨੂੰ ਪਹਿਲਾਂ ਸਮਝਣ ਦੀ ਲੋੜ ਪਵੇਗੀ ਕਿ ਪੰਥ ਦੀ ਪਰਿਭਾਸ਼ਾ ਕੀ ਹੈ। ਪੰਥ ਦੀ ਪਰਿਭਾਸ਼ਾ ਜਿਹੜੀ ਹੈ ਉਹ ਵੀ ਸਿੱਖ ਰਹਿਤ ਮਰਿਆਦਾ ਵੀ ਦਿੱਤੀ ਗਈ ਹੈ, ਜਿਹੜੀ ਅਸੀਂ ਪਿੱਛੇ ਵਿਚਾਰ ਕੀਤੀ ਕਿ ਤਿਆਰ ਬਰ ਤਿਆਰ ਸਿੰਘਾਂ ਦੇ ਸਮੁੱਚੇ ਸਮੂਹ ਨੂੰ ਗੁਰੂ ਪੰਥ ਆਖਦੇ ਹਨ। ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਤੇ ਦਸਮ ਗੁਰੂ ਜੀ ਨੇ ਇਸ ਦਾ ਅੰਤਮ ਸਰੂਪ ਬਣ ਕੇ ਇਹਨੂੰ ਗੁਰਿਆਈ ਬਖਸ਼ਿਸ਼ ਕੀਤੀ, ਗੁਰਿਆਈ ਸੌਂਪੀ। ਤੋ ਇੱਥੋਂ ਇਹ ਗੱਲ ਸਮਝ ਆਉਂਦੀ ਹੈ ਪੰਥ ਦਾ ਸਰੂਪ ਜਿਹੜਾ ਹੈ ਉਹ ਇਹ ਹੈ ਜੋ ਸਿੱਖ ਰਹਿਤ ਮਰਿਆਦਾ ਵਿੱਚ ਦਿੱਤਾ ਗਿਆ ਹੈ। ਸਿੱਖ ਕੇਵਲ ਉਹੀ ਹੋ ਸਕਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਤੇ ਪੂਰਨ ਵਿਸ਼ਵਾਸ ਰੱਖਦਾ ਹੈ, ਅਕੀਦਾ ਰੱਖਦਾ ਹੋਵੇ। ਇੱਥੇ ਇੱਕ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਗੁਰੂ ਪੰਥ ਦੇ ਨਿਯਮਾਂ ਜਾਂ ਡਿਸਿਪਲਨ ਵਿੱਚ ਵਿਸ਼ਵਾਸ ਨਾ ਰੱਖਣ ਵਾਲੇ ਆਪਣੀ ਮਰਜ਼ੀ ਮੁਤਾਬਕ ਜੋ ਮਰਜ਼ੀ ਹੋਣ, ਲੇਕਿਨ ਅਸਲ ਵਿੱਚ ਗੁਰੂ ਕੇ ਸਿੱਖ ਅਖਵਾਉਣ ਦੇ ਹੱਕਦਾਰ ਨਹੀਂ ਹਨ। ਤਾਂ ਦੋ ਚੀਜ਼ਾਂ ਸਾਡੇ ਸਾਹਮਣੇ ਹਨ, ਇੱਕ ਗ੍ਰੰਥ ਤੇ ਇੱਕ ਪੰਥ। ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਤੇ ਜੋਤੀ ਗੁਰੂ ਪੰਥ ਦੇ ਅੰਦਰ। ਪੰਥ ਨੂੰ ਹੱਕ ਦਿੱਤਾ ਨਿਰਣੇ ਕਰਨ ਦਾ, ਕਿਉਂਕਿ ਇਹ ਸਰੀਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਗਵਾਹੀ ਲੈ ਕੇ ਕੌਮ ਲਈ ਨਿਰਣੇ ਕਰਦੇ। ਤੋ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਦੇ ਸੰਦਰਭ ਵਿੱਚ ਜਿਹੜੀ ਮਹਾਨਤਾ ਸੀ ਉਹ ਇਹ ਸੀ ਕਿ ਇੱਥੇ ਕੌਮ ਇਕੱਠੀ ਹੁੰਦੀ, ਕੌਮ ਦੇ ਆਗੂ ਇਕੱਠੇ ਹੁੰਦੇ। ਇਹ ਕੋਈ ਇਕੱਠ ਨਹੀਂ ਸੀ ਇਸ ਤਰ੍ਹਾਂ ਹੁੰਦਾ ਜਿਵੇਂ ਹੁਣ ਸਰਬੱਤ ਖਾਲਸੇ ਦੇ ਨਾਮ ਤੇ ਕੀਤੇ ਜਾਂਦੇ ਹਨ। ਮਿਸਲਾਂ ਦੇ ਸਮੇਂ ਤੋਂ, ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ। 1716 ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਲਗਭਗ 60 ਸਾਲ ਦੇ ਕਰੀਬ ਦਾ ਸਮਾਂ ਇਹੋ ਜਿਹਾ ਰਿਹਾ ਜਦੋਂ ਸਿੱਖ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਆਜ਼ਾਦ ਵੀ ਨਹੀਂ ਕਰਾ ਸਕੇ ਜਾਂ ਗੁਰਧਾਮ ਵੀ ਆਜ਼ਾਦ ਨਹੀਂ ਹੋ ਸਕੇ। ਉਸ ਤੋਂ ਬਾਅਦ ਤਕਰੀਬਨ 1780-81 ਦੇ ਨੇੜੇ ਜਾ ਕੇ ਕੁਝ ਸਮਾਂ ਐਸਾ ਬਣਦਾ ਹੈ ਜਿਸ ਤੋਂ ਬਾਅਦ ਫਿਰ ਸਿੱਖ ਰਾਜ ਦਾ ਜਨਮ ਹੁੰਦਾ। ਤਾਂ ਸਿੱਖ ਰਾਜ ਦੇ ਵੇਲੇ ਤੇ ਫਿਰ ਇਹ ਮਿਸਲਾਂ ਜਿਹੜੀਆਂ ਸੀ 12 ਮਿਸਲਾਂ ਬਣੀਆਂ। ਮਿਸਲਾਂ ਦੇ ਆਗੂ ਇਕੱਠੇ ਹੁੰਦੇ, ਉੱਥੇ ਬੈਠਦੇ, ਉਹਨਾਂ ਦੇ ਵਿੱਚ ਜਿਹੜੇ ਮਸਲੇ ਹੁੰਦੇ ਉਹਨਾਂ ਤੇ ਵਿਚਾਰਦੇ। ਵਿਚਾਰਨ ਤੋਂ ਬਾਅਦ ਮਤਾ ਕੀਤਾ ਜਾਂਦਾ। ਮਤਾ ਕਰਨ ਤੋਂ ਬਾਅਦ ਫਿਰ ਉਹਨਾਂ ਵਿੱਚੋਂ 5 ਆਗੂ ਚੁਣੇ ਜਾਂਦੇ ਜਾਂ ਸਿਲੈਕਟ ਕੀਤੇ ਜਾਂਦੇ। ਉਹ 5 ਜਿਹੜੇ ਫੈਸਲਾ ਕਰਦੇ ਉਹਨੂੰ ਗੁਰਮਤਾ ਕਿਹਾ ਜਾਂਦਾ ਸੀ। ਅਸਲ ਪੰਥ ਦਾ ਫੈਸਲਾ ਉਹਨੂੰ ਮੰਨਿਆ ਜਾਂਦਾ ਸੀ ਜਿਹੜੇ 5 ਫੈਸਲਾ ਕਰਦੇ। ਉਹਦਾ ਨਾਮ ਗੁਰਮਤਾ, ਉਹਨੂੰ ਕੋਈ ਗੁਰੂ ਦਾ ਮਤਾ ਪਰ ਗੁਰੂ ਦਾ ਕੀਤਾ ਹੋਇਆ ਫੈਸਲਾ ਦਾ ਨਾਮ ਗੁਰਮਤਾ ਕਿਹਾ ਜਾਂਦਾ ਸੀ। ਇਹੋ ਮਤੇ ਨਹੀਂ ਸੀ ਹੁੰਦੇ ਵੀ 5 ਚ ਕੋਈ ਇਕੱਠੇ ਹੋ ਕੇ ਬੈਠ ਗਏ ਤੇ ਉਹਨਾਂ ਨੇ ਜਿਹੜੇ ਮਰਜ਼ੀ ਫੈਸਲੇ ਕਰਤੇ। ਇਹ ਇਸ ਤਰ੍ਹਾਂ ਦੇ ਮਤੇ ਨਹੀਂ ਸੀ ਹੁੰਦੇ। ਗੁਰਮਤਾ ਦਾ ਮਤਲਬ ਸੀ ਸਰਬਸੰਮਤੀ ਦੇ ਨਾਲ, ਜਿਹਦੇ ਵਿੱਚ ਪੂਰੀ ਸਮੁੱਚੀ ਪੰਥਕ ਸੋਚ ਦਾ ਜਿਹੜਾ ਹੈ ਉਹ ਨੁਮਾਇੰਦਗੀ ਕਰਦੀ ਹੋਵੇ। ਗੁਰੂ ਪੰਥ ਉਹਨੂੰ ਗੁਰਮਤਾ ਕਿਹਾ ਜਾਂਦਾ। ਉਹ ਜਿਹੜਾ ਅਧਿਕਾਰ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੁਰਮਤਾ ਪੜ੍ਹ ਕੇ ਸੁਣਾਉਣ ਦਾ ਸਿਰਫ ਵਿਧੀ ਵਿਧਾਨ ਜਿਹੜਾ ਸੀ ਉਹ ਬਣਿਆ ਹੁੰਦਾ ਸੀ। ਇਹ ਮਰਿਆਦਾ ਚੱਲਦੀ ਰਹੀ। ਈਵਨ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਤੁਸੀਂ ਦੇਖੋ ਉਹਨਾਂ ਦੇ ਕੀਤੇ ਹੋਏ ਜਿਹੜੇ ਮਤੇ ਹਨ ਜਾਂ ਗੁਰਮਤੇ ਹਨ ਉਹ ਮਹਾਰਾਜੇ ਨੂੰ ਵੀ ਸਜ਼ਾ ਲੱਗੀਆਂ।
ਕਿਉਂਕਿ ਉਹਨਾਂ ਦੇ ਗੁਰਮਤੇ ਜਿਹੜੇ ਸੀ ਅਕਾਲੀ ਫੂਲਾ ਸਿੰਘ ਜੀ ਦੇ ਵੇਲੇ ਤੱਕ ਤਾਂ ਇਹ ਗੱਲ ਚੱਲਦੀ ਰਹੀ। ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਹੀ ਜਿਹੜੀ ਕਮਜ਼ੋਰੀ ਆਈ, ਉਸ ਦੀ ਰਾਜਨੀਤੀ ਦਾ ਹਾਵੀ ਹੋਣਾ ਸ਼ੁਰੂ ਹੋਣਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਅਕਾਲੀ ਫੂਲਾ ਸਿੰਘ ਜੀ ਦਾ ਬਹੁਤਾ ਸਮਾਂ ਜੰਗਾਂ ਯੁੱਧਾਂ ਵਿੱਚ ਰਿਹਾ। ਉਹ ਵੀ ਜੰਗਾਂ ਯੁੱਧਾਂ ਦੇ ਜਿੱਥੇ ਜਰਨੈਲ ਸਨ, ਕੇਵਲ ਜਥੇਦਾਰੀ ਨਹੀਂ ਸੀ ਕਰਦੇ, ਫੌਜੀ ਜਰਨੈਲ ਵੀ ਸਨ, ਜੰਗਾਂ ਯੁੱਧਾਂ ਜੂਝਦੇ ਰਹੇ। ਉਹ ਸੋਚ ਜਿਹੜੀ ਆਜ਼ਾਦ ਜਿਹੜੀ ਸੋਚ ਸੀ, ਹੌਲੀ ਹੌਲੀ ਉਹ ਲੋਪ ਹੁੰਦੀ ਚਲੀ ਗਈ। ਉਸ ਤੋਂ ਬਾਅਦ ਫਿਰ ਜਦੋਂ ਸਿੱਖ ਰਾਜ ਖਤਮ ਹੋ ਜਾਂਦਾ ਹੈ, ਉਦਾਸੀ ਤੇ ਨਿਰਮਲਿਆਂ ਦੇ ਹੱਥਾਂ 'ਚ ਪ੍ਰਬੰਧ ਚਲਾ ਜਾਂਦਾ, ਤੇ ਇਹ ਪੂਰੀ ਤਰ੍ਹਾਂ ਸਿੱਖ ਜਿਹੜੀ ਸੋਚ ਸੀ ਆਜ਼ਾਦ ਸੋਚ ਗੁਲਾਮ ਹੋ ਗਈ। ਪਰ ਗੁਰਦੁਆਰੇ ਆਜ਼ਾਦ ਹੋਣ ਤੋਂ ਬਾਅਦ 1921 ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ SGPC ਜਦੋਂ ਬਣੀ 1920 ਦੇ ਵਿੱਚ, ਤਾਂ ਉਦੋਂ ਉਸ ਤੋਂ ਬਾਅਦ ਜਿਹੜੀ ਅਸੀਂ ਕਹਿ ਲਈਏ ਵੀ ਕਾਨੂੰਨੀ 1925 ਦੇ ਵਿੱਚ ਜਦੋਂ ਮਾਨਤਾ ਮਿਲ ਗਈ, ਤਾਂ ਇਹ ਜਿਹੜਾ ਵਿਧਾਨ ਸੀ ਬਿਲਕੁਲ ਹੀ ਖਤਮ ਹੋ ਗਿਆ। ਜਦੋਂ ਅਸੀਂ ਗੁਰਮਤੇ ਦੀ ਗੱਲ ਕਰਦੇ ਹਾਂ, ਫਿਰ ਤਖਤਾਂ ਦੇ ਜਥੇਦਾਰਾਂ ਨੂੰ ਬਿਠਾ ਲਿਆ ਜਾਂਦਾ, ਚੁਣ ਲਿਆ ਜਾਂਦਾ, ਤੇ ਜਿਹੜੇ ਮਰਜ਼ੀ ਫੈਸਲੇ ਕਰਾ ਦਿੱਤੇ ਜਾਂਦੇ। ਤਾਂ ਪੰਥ ਦੇ ਵਿੱਚ ਅਕਾਲ ਤਖਤ ਦਾ ਇੱਕ ਸਥਾਨ ਹੈ। ਅਕਾਲ ਤਖਤ ਕੇਵਲ ਬਿਲਡਿੰਗ ਜਾਂ ਇਮਾਰਤ ਦਾ ਨਾਮ ਨਹੀਂ ਹੈ। ਅਕਾਲ ਤਖਤ ਸਿੱਖੀ ਸੋਚ ਦਾ ਇੱਕ ਪ੍ਰਤੱਖ ਸੰਦੇਸ਼ ਦੇਣ ਵਾਲੀ ਸਥਾਨ ਹੈ, ਜਿੱਥੇ ਪੰਥ ਦੇ ਫੈਸਲੇ ਪੰਥ ਦੀ ਨੁਮਾਇੰਦਗੀ ਕਰਦੇ ਹਨ। ਤੇ ਹੁਣ ਪੰਥ ਕੌਣ ਹੈ? ਇੱਥੇ ਫਿਰ ਆ ਕੇ ਸਵਾਲ ਖੜਾ ਹੋ ਗਿਆ ਵੀ ਪੰਥ ਕਹਿੰਦੇ ਕਿਹਨੂੰ ਨੇ? ਪੰਥ ਤਿਆਰ ਬਰ ਤਿਆਰ ਸਿੰਘਾਂ ਦੇ ਸਮੂਹ ਨੂੰ ਗੁਰੂ ਪੰਥ ਕਹਿੰਦੇ ਆ। ਇਹਦੀ ਤਿਆਰੀ 10 ਗੁਰੂ ਸਾਹਿਬਾਨ ਨੇ ਕੀਤੀ, ਔਰ 10ਵੇਂ ਪਾਤਸ਼ਾਹ ਜਿਨੇ ਨੂੰ ਗੱਦੀ ਜੋਤ ਜਿਹੜੀ ਹੈ ਬਖਸ਼ ਕੇ ਉਹਨੂੰ ਸਿੱਖਾਂ ਨੂੰ ਇਹਦੇ ਲੜ ਲਾਇਆ। ਹੁਣ ਮਸਲਾ ਇਹ ਹੋ ਗਿਆ ਅਕਾਲ ਤਖਤ ਦਾ ਸਰਬ ਉਤਸ਼ਾਹ। ਅਕਾਲ ਤਖਤ ਬਿਲਡਿੰਗ ਦੀ ਜਾਂ ਇਮਾਰਤ ਨਹੀਂ ਹੈ, ਅਕਾਲ ਤਖਤ ਸਿੱਖ ਸਿਧਾਂਤ ਹੈ, ਸਿੱਖ ਸੋਚ ਹੈ। ਅਗਰ ਸਿੱਖ ਸੋਚ ਦੇ ਉੱਤੇ ਬੈਠਣ ਵਾਲੇ ਦੀ ਆਪਣੀ ਸੋਚ ਆਜ਼ਾਦ ਨਹੀਂ ਹੈ, ਤਾਂ ਉਹ ਫਿਰ ਅਕਾਲ ਤਖਤ ਨੂੰ ਪੂਰੀ ਤਰ੍ਹਾਂ ਉਹਦੀ ਨੁਮਾਇੰਦਗੀ ਵੀ ਨਹੀਂ ਕਰ ਸਕਦੇ, ਨਾ ਹੀ ਉਹ ਸਿੱਖ ਸੋਚ ਦੀ ਤਰਜੀਹ ਕਰ ਸਕਦੇ ਹਨ, ਨਾ ਹੀ ਉਹ ਦੱਸ ਸਕਦੇ ਹਨ। ਅੱਜ ਜਿਹੜਾ ਮਸਲਾ ਸਾਡੇ ਸਾਹਮਣੇ ਹੈ, ਉਹ ਹੈ ਗੁਰੂ ਪੰਥ ਦੇ ਸਿਧਾਂਤ ਨੂੰ ਉਜਾਗਰ ਕਰਨਾ। ਵੀ ਗੁਰੂ ਪੰਥ ਹੈ ਕੌਣ? ਅੱਜ ਤੱਕ ਸਾਨੂੰ ਉਹੀ ਭੁਲੇਖਾ ਲੱਗ ਗਿਆ ਵੀ ਸ਼ਾਇਦ ਸ਼੍ਰੋਮਣੀ ਕਮੇਟੀ ਗੁਰੂ ਪੰਥ ਹੈ, ਜਾਂ ਕੋਈ ਟਕਸਾਲ ਗੁਰੂ ਪੰਥ ਹੈ, ਜਾਂ ਕੋਈ ਸੰਪਰਦਾਇਕ ਜਥੇ, ਜਾਂ ਕੋਈ ਕਾਲਜ ਗੁਰੂ ਪੰਥ ਹੈ। ਇਹ ਭੁਲੇਖਾ ਸਾਡੇ ਲੱਗ ਗਿਆ। ਹਰ ਬੰਦਾ ਆਪਣੇ ਆਪ ਨੂੰ ਪੰਥ ਹੀ ਸਮਝੀ ਜਾਂਦਾ ਵੀ ਅਸੀਂ ਪੰਥ ਦੇ ਮਾਲਕ ਹਾਂ। ਮੈਂ ਬੇਨਤੀ ਕਰਦਾ, ਇਹ ਜਥੇਬੰਦੀਆਂ ਪੰਥ ਦਾ ਹਿੱਸਾ ਹਨ ਜਾਂ ਪੰਥ ਨਹੀਂ ਹਨ? ਪੰਥ ਨਹੀਂ ਹਨ। ਕੋਈ ਵੀ ਜਥੇਬੰਦੀ ਹੈ, ਭਾਵੇਂ ਉਹ ਮਿਸ਼ਨਰੀ ਕਾਲਜ ਹਨ, ਭਾਵੇਂ ਉਹ ਟਕਸਾਲਾਂ ਹਨ, ਭਾਵੇਂ ਸੰਪਰਦਾਵਾਂ ਹਨ, ਇਹ ਪੰਥ ਦਾ ਹਿੱਸਾ ਹੋ ਸਕਦੀਆਂ ਹਨ, ਪਰ ਪੰਥ ਨਹੀਂ ਹੋ ਸਕਦੀ। ਤੇ ਜਦੋਂ ਪੰਥ ਨਹੀਂ ਹਨ, ਪੰਥ ਕੌਣ ਹੈ? ਇਹ ਗੱਲ ਦਾ ਸਾਡੇ ਤੋਂ ਅੱਜ ਜੋ ਕਮੀ ਆਈ ਹੈ ਇਸ ਵੇਲੇ ਇਹੋ ਹੀ ਹੈ ਕਿ ਅਸੀਂ ਪੰਥ ਦਾ ਨਿਰਣਾ ਹੀ ਨਹੀਂ ਕਰ ਸਕੇ ਕਿ ਪੰਥ ਕੌਣ ਹੈ। ਇਸ ਵਾਸਤੇ ਅੱਜ ਜਿਹੜਾ ਸਮਾਂ ਹੈ, ਇਹ ਲੋੜ ਹੈ ਕਿ ਅਸੀਂ ਉਸ ਪੰਥ ਦੀ ਉਜਾਗਰ ਕਰੀਏ ਜਿਹੜਾ ਪੰਥ ਗੁਰੂ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖਿਆ ਸੀ। ਅੱਜ ਤਾਂ ਦੁਆਰੇ ਦੁਆਰ ਸਵਾਂਝ ਅੰਦੋਲਤ ਵਾਲੀ ਗੱਲ ਬਣੀ ਪਈ ਹੈ। ਪੰਥ ਦੇ ਆਗੂ ਜਥੇਦਾਰ ਰਖਵਾਉਣ ਵਾਲੇ ਪੰਥ ਨੂੰ ਹੀ ਦੂਜਿਆਂ ਦੇ ਪੈਰਾਂ ਵਿੱਚ ਰੋਲਣ ਲਈ ਘੱਟ ਨਹੀਂ ਕਰਦੇ। ਜੋ ਅੱਜ ਦਾ ਜੋ ਸਿਧਾਂਤ ਜਿਹੜਾ ਬਣਿਆ ਹੋਇਆ ਹੈ, ਸਿਧਾਂਤ ਰਿਹਾ ਕੋਈ ਨਹੀਂ ਇੱਥੇ, ਨਾ ਸਿਧਾਂਤ ਆਜ਼ਾਦ ਹੈ ਤੇ ਨਾ ਹੀ ਸੋਚ ਆਜ਼ਾਦ ਹੈ। ਤਾਂ ਮੇਰੀ ਇਹ ਬੇਨਤੀ ਹੈ ਵੀ ਸਾਡੇ ਤਿਆਰ ਬਰ ਤਿਆਰ ਜਿਹੜੇ ਸਿੰਘ ਪੰਥ ਦਰਦੀ ਹਨ, ਆਪਣੀਆਂ ਨਿੱਜੀ ਮਤਭੇਦਾਂ ਨੂੰ ਭੁਲਾ ਕੇ ਨਿਗੁਣੀਆਂ ਜੀਆਂ ਚੌਧਰਾਂ ਦੇ ਝਗੜਿਆਂ ਨੂੰ ਲਾਂਭੇ ਕਰਕੇ ਗੁਰੂ ਪੰਥ ਦੀ ਸਥਾਪਨਾ ਸਾਨੂੰ ਕਰਨੀ ਪਵੇਗੀ, ਅਗਰ ਕੌਮ ਦੀ ਕੋਈ ਚੜ੍ਹਦੀ ਕਲਾ ਦੀ ਅਸੀਂ ਗੱਲ ਚਾਹੁੰਦੇ ਹਾਂ। ਸਾਹਿਬਾਂ ਨੇ ਇੱਕੋ ਹੀ ਪੰਥ ਬਣਾਇਆ ਸੀ, ਤੇ ਇਸ ਪੰਥ ਦੇ ਜਿਹੜਾ ਪੰਥ ਗੁਰੂ ਸਾਹਿਬ ਜੀ ਨੇ ਬਣਾਇਆ ਸੀ, ਉਹ ਪੰਥ ਨੂੰ ਦੁਬਾਰਾ ਪ੍ਰਗਟ ਕਰਨ ਦੀ ਲੋੜ ਹੈ। ਪਰ ਸਾਡੀ ਕੀਤੀ ਹੋਈ ਹੁਣ ਦੀ ਅਣਗਹਿਲੀ ਇਸ ਪੰਥ ਨੂੰ ਜਾਤਾਂ ਬਰਾਦਰਾਂ ਭਾਪਿਆਂ ਸ਼ਹਿਰੀਆਂ ਪੁਆੜਿਆਂ ਪਿੰਡਾਂ ਦੇ ਵਿੱਚ ਵੰਡ ਦੇਣਾ, ਇਹ ਜਿਹੜਾ ਹੈ ਬੜਾ ਵੱਡਾ ਨੁਕਸਾਨ ਹੋ ਰਿਹਾ ਹੈ, ਪਰ ਭਵਿੱਖ ਵਿੱਚ ਹੋਰ ਵੀ ਹੋਵੇਗਾ। ਇਸ ਵਾਸਤੇ ਜੇ ਹੁਣ ਕੀਤੀ ਹੋਈ ਸਾਡੀ ਅਣਗਹਿਲੀ ਜਿਹੜੀ ਹੈ, ਇਹ ਸਾਡੇ ਡੋਲੇ ਹੋਏ ਸ਼ਹੀਦਾਂ ਦੇ ਖੂਨ ਤੇ ਵੀ ਪਾਣੀ ਫੇਰ ਦੇਵੇਗੀ। ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਅਸੀਂ ਮਨਾ ਰਹੇ ਹਾਂ, ਇਹਨਾਂ ਬੱਚਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਔਰ ਇਹਨਾਂ ਕਲਗੀਧਰ ਦੇ ਸਿੰਘਾਂ ਦੇ ਜੋ ਡੋਲੇ ਹੋਏ ਖੂਨ ਹਨ, ਉਹਨਾਂ ਦੇ ਵੀ ਅਸੀਂ ਰਿਣੀ ਨਹੀਂ ਬਣੇ, ਸਗੋਂ ਆਪਣੀ ਸੋਚ ਨੂੰ ਅੱਜ ਅੱਗੇ ਵਧਾਉਣ ਦਾ ਯਤਨ ਕਰ ਰਹੇ ਹਾਂ। ਤਾਂ ਮੇਰੀ ਬੇਨਤੀ ਹੈ ਕਿ ਅੱਜ ਦਾ ਨੌਜਵਾਨ ਅੱਗੇ ਹੀ ਸਿੱਖ ਸਿਧਾਂਤਾਂ ਤੋਂ ਆਪਣੇ ਆਪ ਨੂੰ ਦੂਰ ਕਰੀ ਜਾਂਦਾ ਹੈ। ਕਾਰਨ ਇੱਕੋ ਹੀ ਹੈ ਕਿ ਅਸੀਂ ਗੁਰੂ ਪੰਥ ਨੂੰ ਉਜਾਗਰ ਨਹੀਂ ਕਰ ਸਕੇ,
ਗੁਰੂ ਪੰਥ ਨੂੰ ਉਜਾਗਰ ਕਰਨ ਲਈ ਸਾਨੂੰ ਕਮਰ ਕੱਸੇ ਕਰਨੇ ਚਾਹੀਦੇ ਹਨ। ਨਾਲ ਹੀ ਇਹ ਸਾਡਾ ਸੰਦੇਸ਼ ਜਾਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਇੱਕ ਗੂੜਾ ਸੰਬੰਧ ਹੈ ਗੁਰੂ ਪੰਥ ਦਾ ਅਕਾਲ ਤਖਤ ਨਾਲ, ਪਰ ਕਿਉਂਕਿ ਗੁਰੂ ਪੰਥ ਦੀ ਹਸਤੀ ਆਜ਼ਾਦ ਨਾ ਹੋਣ ਕਰਕੇ ਇਹਦੀ ਵਰਤੋਂ ਜਿਹੜੀ ਹੈ ਨਿੱਜੀ ਹਿੱਤਾਂ ਲਈ ਕੀਤੀ ਜਾ ਰਹੀ ਹੈ, ਜਿਹਦੇ ਵਰਕੇ ਅੱਜ ਕੌਮ ਦਾ ਇੰਨਾ ਨੁਕਸਾਨ ਹੋਇਆ। ਮੈਂ ਫਿਰ ਬੇਨਤੀ ਕਰਦਾ ਕਿ ਸਾਨੂੰ ਗੁਰੂ ਪੰਥ ਦੀ ਸਥਾਪਨਾ ਲਈ ਡਟ ਜਾਣਾ ਚਾਹੀਦਾ ਔਰ ਇਸ ਦੀ ਆਜ਼ਾਦ ਹਸਤੀ ਦੀ ਕਾਇਮ ਕਰਨ ਦੇ ਲਈ ਵੀ ਸਾਨੂੰ ਯਤਨ ਹਮੇਸ਼ਾ ਲਈ ਕਰਦੇ ਰਹਿਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦੀ ਆਜ਼ਾਦ ਹਸਤੀ ਨੂੰ ਬਰਕਰਾਰ ਰੱਖਣ ਲਈ ਉਦਮ ਕਰਨ ਦੀ ਲੋੜ ਹੈ। ਬਹੁਤ ਵਧੀਆ ਗੱਲ ਵੀਰ ਜੀ ਆਪ ਜੀ ਨੇ ਦੱਸੀ ਹੈ। ਜਿੱਥੇ ਸਾਹਿਬਜੀਤ ਸਿੰਘ ਜੀ ਨੇ ਅਕਾਲ ਤਖਤ ਸਾਹਿਬ ਦੀ ਜੋ ਸਿਧਾਂਤ ਹੈ ਉਹਦੀ ਗੱਲ ਕੀਤੀ ਹੈ, ਉੱਥੇ ਵਰਤਮਾਨ ਸਮੇਂ ਬਾਰੇ ਕੋੜੀਆਂ ਸੱਚਾਈਆਂ ਉਹਨਾਂ ਨੇ ਬਿਆਨ ਕੀਤੀਆਂ ਨੇ ਔਰ ਉਹਨਾਂ ਨੂੰ ਕਿਸੇ ਸੰਸਥਾ ਨੇ ਹੱਲ ਨਹੀਂ ਕਰਨਾ, ਸੰਗਤ ਨੇ ਹੱਲ ਕਰਨਾ ਹੈ। ਤੇ ਬੇਨਤੀ ਹੈ ਕਿ ਆਪਾਂ ਜਿੰਨੇ ਸੰਗਤ 'ਚ ਹਾਜ਼ਰ ਹਾਂ, ਅਸੀਂ ਆਪੋ ਆਪਣੀ ਡਿਊਟੀ ਸਮਝੀਏ ਕਿ ਸਿੱਖ ਪੰਥ ਨੂੰ ਉਜਾਗਰ ਕਰਨ ਲਈ ਅਸੀਂ ਕੀ ਕਰ ਸਕਦੇ ਹਾਂ। ਉਹਦੇ ਲਈ ਜੋ ਵੀ ਉਦਮ ਹੈ ਉਹ ਸਾਨੂੰ ਕਰਨਾ ਚਾਹੀਦਾ ਹੈ ਔਰ ਸਾਡੇ ਮਨ 'ਚ ਪਹਿਲੇ ਅਹਿਸਾਸ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਨੇ ਇਹ ਜੋ ਸਾਨੂੰ ਖਾਲਸਾ ਪੰਥ ਸਾਜ ਕੇ ਗਏ ਨੇ, ਉਹਦੇ ਪਿੱਛੇ ਇੱਕ ਬੜੀ ਵੱਡੀ ਫਿਲਾਸਫੀ ਹੈ ਔਰ ਬੜੀ ਚੜ੍ਹਦੀ ਕਲਾ ਹੈ। ਤੇ ਅਸੀਂ ਉਹਨੂੰ ਐਵੇਂ ਮਾਡਰਨਾਈਜੇਸ਼ਨ ਦੇ ਨਾਮ ਪਿੱਛੇ ਆਪਣੇ ਹੋਰ ਪਾਸੇ ਨਾ ਤੁਰ ਪਈਏ, ਆਪਣੇ ਅਸਲ ਮਕਸਦ ਨੂੰ ਯਾਦ ਰੱਖੀਏ। ਧੰਨਵਾਦ ਵੀਰ ਹਰਜੀਤ ਸਿੰਘ ਜੀ ਆਪ ਜੀ ਦਾ। ਤੋ ਸਾਹਿਬ ਬਿਕਰਮਜੀਤ ਸਿੰਘ ਜੀ ਨੇ ਲਿਖਿਆ ਗਰੁੱਪ ਚੈਟ ਵਿੱਚ ਵੀ ਜਗੀਰ ਸਿੰਘ ਜੀ ਨੇ ਜਿਹੜੀਆਂ ਲਿਸਟਾਂ ਪੜ੍ਹੀਆਂ ਨੇ ਉਹ ਵੀ ਅਸ਼ਾਇਤ ਕੀਤੀਆਂ ਜਾਣ। ਮੈਂ ਜਗੀਰ ਸਿੰਘ ਜੀ ਨੂੰ ਮੈਸੇਜ ਪਾ ਦਿੱਤਾ ਵੀ ਉਹ ਗਰੁੱਪ ਵਿੱਚ ਪਾ ਦੇਣਗੇ ਤੇ ਤਾਂ ਜੇ ਇਹ ਜੋ ਅੱਜ ਉਹਨਾਂ ਨੇ, ਕਿਉਂਕਿ ਉਹਨਾਂ ਨੇ ਲਿਸਟ ਬੜੀ ਲੰਬੀ ਬੋਲੀ ਹੈ, ਉਹ ਤੇ ਮਤਲਬ ਵੀ ਉੱਦਾਂ ਯਾਦ ਰੱਖਣੀ ਬੜੀ ਔਖੀ ਹੈ ਤੇ ਇਸ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਉਹ ਗਰੁੱਪ ਵਿੱਚ ਪਾ ਦੇਣਗੇ ਜੀ। ਧੰਨਵਾਦ। ਤੋ ਆਓ ਸਾਧ ਸੰਗਤ ਜੀ, ਅਗਲਾ ਜਿਹੜਾ ਸਵਾਲ ਹੈ ਉਹ ਬੜਾ ਅਹਿਮ ਹੈ ਕਿਉਂਕਿ ਅੱਜ ਕੱਲ੍ਹ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਤੇ ਸਵਾਲ ਇਹੀ ਆਇਆ ਕਿ ਕਈ ਜਿਹੜੇ ਆਪਣਾ ਵਿਦਵਾਨ ਨੇ ਜਾਂ ਕੋਈ ਹੋਰ ਸੁਸਾਇਟੀਜ਼ ਨੇ, ਉਹਨਾਂ ਨੇ ਇਹ ਅਪੀਲ ਕੀਤੀ ਹੈ, ਹੁਣ ਅੱਜ ਵੀ ਕੀਤੀ ਹੈ, ਮਤਲਬ ਇਸ ਸਾਲ ਵੀ, ਪਿਛਲੇ ਸਾਲਾਂ 'ਚ ਵੀ 1-2 ਸਾਲ ਤੋਂ ਇਹੋ ਜਿਹੀ ਪ੍ਰਥਾ ਚੱਲੀ ਹੈ ਬਈ ਕਿਹਾ ਜਾਂਦਾ ਹੈ ਕਿ ਇਸ ਸ਼ਹੀਦੀ ਪੰਦਰਵਾੜੇ ਵਿੱਚ ਕੋਈ ਮਿੱਠਾ ਜਿਹੜਾ ਨਾ ਬਣਾਇਆ ਜਾਏ, ਕੋਈ ਲੰਗਰ ਵਿੱਚ ਮਿੱਠਾ ਭੋਜਨ ਨਾ ਦਿੱਤਾ ਜਾਏ। ਇਹਦੇ ਬਾਰੇ ਇਹ ਇੱਕ ਮੈਂ ਤਾਂ ਸਮਝਦਾ ਦੁਬਿਧਾ ਜੀ ਖੜੀ ਹੋ ਗਈ ਹੈ ਔਰ ਸਵਾਲ ਵੀ ਇਸੇ ਕਰਕੇ ਆਇਆ। ਤੇ ਸਤਜਿੰਦਰ ਸਿੰਘ ਜੀ ਆਪ ਜੀ ਨੂੰ ਬੇਨਤੀ ਹੈ ਬਈ ਆਪ ਕਿਰਪਾ ਕਰਕੇ ਦੱਸੋ ਵੀ ਆਇਆ ਇਹ ਜੋ ਸ਼ਹੀਦੀ ਪੰਦਰਵਾੜਾ ਹੈ ਇਹਦੇ ਵਿੱਚ ਇਹ ਲੰਗਰ ਦੇ ਵਿੱਚ ਕੋਈ ਰਿਸਟ੍ਰਿਕਸ਼ਨਸ ਹੋਣੀਆਂ ਚਾਹੀਦੀਆਂ, ਨਹੀਂ ਹੋਣੀਆਂ ਚਾਹੀਦੀਆਂ ਨੇ? ਪ੍ਰਸ਼ਾਦ ਵਰਤਾਉਣ ਬਾਰੇ ਤੁਹਾਡੇ ਕੀ ਖਿਆਲ ਨੇ, ਦੱਸੋ ਜੀ ਤੇਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਪੈਨਲ ਦੀ ਮੀਟਿੰਗ ਦੇ ਵਿੱਚ ਕਾਫੀ ਵਿਚਾਰ ਜਿਹੜੇ ਇਸ ਸਵਾਲ ਦੇ ਬਾਰੇ ਆਏ ਸਨ ਤੇ ਜੋ ਉਹਦੇ ਚ ਅੰਦਰ ਆਮ ਰਾਏ ਬਣੀ ਸੀ, ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹਨਾ। ਅਸੀਂ ਦੇਖਦੇ ਹਾਂ ਕਿ ਜਿਹੜੀਆਂ ਦੂਜੀਆਂ ਕੌਮਾਂ ਹਨ ਜਿਨ੍ਹਾਂ ਦੇ ਵਿੱਚੋਂ ਮੁੱਖ ਤੌਰ ਦੇ ਉੱਪਰ ਅਸੀਂ ਇਸਲਾਮ ਕਹਿ ਸਕਦੇ ਹਾਂ ਜਾਂ ਅਸੀਂ ਕ੍ਰਿਸਚੀਅਨਟੀ ਕਹਿ ਸਕਦੇ ਹਾਂ। ਇਸਲਾਮ ਧਰਮ ਦੇ ਅੰਦਰ ਜਿਸ ਵੇਲੇ ਮੁਹੰਮਦ ਸਾਹਿਬ ਦੇ ਭਾਂਜੇ ਨੂੰ ਉਹਨਾਂ ਨੇ ਕਰਬਲਾ ਦੇ ਵਿੱਚ ਹੁਸੈਨ ਨੂੰ ਉਹਨਾਂ ਨੇ ਤਸੀਹੇ ਦੇ ਕਰਕੇ ਭੁੱਖਾ ਰੱਖ ਕੇ ਉਹਨੂੰ ਮਾਰਿਆ ਸੀ ਤੇ ਉਸਦੇ ਜਿਹੜੇ ਅਨੁਯਾਈ ਨੇ ਉਹ ਅੱਜ ਤੱਕ ਵੀ ਉਸ ਦੇ ਦਰਦ ਨੂੰ ਮਹਿਸੂਸ ਕਰਦਿਆਂ ਹੋਇਆ ਉਹ ਆਪਣੇ ਸਰੀਰ ਤੇ ਕਸ਼ਟ ਕਰਦੇ ਹਨ ਔਰ ਕਹਿੰਦੇ ਹਨ ਵੀ ਇਹ ਸਾਡਾ ਜਿਹੜਾ ਖੂਨ ਹੈ ਇਹ ਉਸ ਨੂੰ ਸ਼ਰਧਾਂਜਲੀ ਹੈ ਜਿਹੜਾ ਹੁਸੈਨ ਹੈ ਜਿਹੜਾ ਜਿਸ ਨਾਲ ਇਹ ਜ਼ੁਲਮ ਹੋਇਆ। ਇਸ ਦੇ ਨਾਲ ਹੀ ਜਿਹੜਾ ਈਸਾਈਅਤ ਦੇ ਵਿੱਚ ਜਦੋਂ ਈਸਾਈ ਧਰਮ ਦੇ ਅਨੁਯਾਈ ਜਿਹੜੇ ਜੀਸਸ ਕ੍ਰਾਈਸਟ ਦੀ ਜਦੋਂ ਉਹ ਸਲੀਬ ਤੇ ਚੜੇ ਹੋਏ ਉਹਦੀ ਇਮੇਜ ਦੇਖਦੇ ਹਨ ਜਿਹਦੇ ਕਿ ਹੱਥ ਵਿੱਚ ਜਿਹੜੇ ਹਨ ਕਿਲ ਠੁਕੇ ਹੋਏ ਹਨ, ਪੈਰਾਂ ਵਿੱਚ ਕਿਲ ਠੁਕੇ ਹੋਏ ਹਨ, ਤਾਂ ਉਹਨਾਂ ਚੋਂ ਖੂਨ ਵਗ ਰਿਹਾ ਹੈ ਤੇ ਉਹ ਵੀ ਬੜੇ ਜਿਹੜੇ ਹਨ ਉਹ ਇਮੋਸ਼ਨਲ ਹੋ ਜਾਂਦੇ ਹਨ ਔਰ ਕਾਫੀ ਜਿਹੜਾ ਹੈ ਉਹ ਸੈਡਨੈਸ ਉਹਨਾਂ ਦੇ ਜੀਵਨ ਦੇ ਵਿੱਚ ਆ ਜਾਂਦੀ ਹੈ। ਲੇਕਿਨ ਸਿੱਖ ਧਰਮ ਜੋ ਹੈ ਉਹ ਇਸ ਦੇ ਦੂਸਰੇ ਧਰਮਾਂ ਦੇ ਅਸਰਾਂ ਨੂੰ ਨਹੀਂ ਕਬੂਲਿਆ, ਲੇਕਿਨ ਜੋ ਗੁਰਮਤ ਵਿਚਾਰਧਾਰਾ ਹੈ ਉਸ ਗੁਰਮਤ ਵਿਚਾਰਧਾਰਾ ਦੇ ਅਨੁਸਾਰ ਜਿਹੜੇ ਹਨ ਸਿੱਖ ਮਤ ਨੇ ਆਪਣਾ ਇੱਕ ਨਿਵੇਕਲਾ ਜਿਹੜਾ ਹੈ ਸ਼ਹੀਦਾਂ ਨੂੰ ਵੇਖ ਕਰਕੇ ਉਸ ਤੋਂ ਪ੍ਰੇਰਨਾ ਲੈਣ ਦਾ ਜਿਹੜਾ ਰਾਹ ਹੈ ਉਹ ਅਪਣਾਇਆ ਹੈ। ਅਸੀਂ ਦੇਖਦੇ ਹਾਂ ਕਿ ਜਦੋਂ ਪੰਚਮ ਪਾਤਸ਼ਾਹ ਦੀ ਦਰਦਨਾਕ ਜਿਹੜੀ ਹੈ ਤਸੀਹੇ ਦੇ ਕਰਕੇ ਸ਼ਹਾਦਤ ਹੁੰਦੀ ਹੈ ਤਾਂ ਉਸ ਸ਼ਹਾਦਤ ਦੇ ਬਾਰੇ ਜੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ
ਟੀਨਸ ਏਜ ਦੇ ਵਿੱਚ ਟੀਨਏਜਰ ਸਨ ਉਹ, ਉਸ ਵੇਲੇ ਉਹਨਾਂ ਨੇ ਕਿਵੇਂ ਜਿਹੜਾ ਹੈ ਇੱਕ ਰਿਸਪੌਂਸਿਬਿਲਿਟੀ ਲਈ ਉਸ ਸ਼ਹਾਦਤ ਤੋਂ ਪ੍ਰੇਰਨਾ ਲੈ ਕਰਕੇ ਜ਼ਿੰਮੇਵਾਰੀ ਦਾ ਅਹਿਸਾਸ ਮਨਾਇਆ, ਤੇ ਉਹਨਾਂ ਨੇ ਜਿਹੜਾ ਹੈ ਮੀਰੀ ਪੀਰੀ ਦੇ ਸਿਧਾਂਤ ਨੂੰ ਅਪਣਾ ਕਰਕੇ ਨੌਜਵਾਨਾਂ ਨੂੰ ਲੈ ਕਰਕੇ ਜਿਹੜਾ ਹੈ ਉਹ ਮੀਰੀ ਪੀਰੀ ਦੇ ਸਿਧਾਂਤ ਨੂੰ ਅਪਣਾਇਆ। ਤੋ ਸਿੱਖੀ ਨੂੰ ਦੁਬਾਰਾ ਸੁਰਜੀਤ ਕਰਨ ਵਾਸਤੇ, ਖੜਾ ਕਰਨ ਵਾਸਤੇ ਗੁਰੂ ਸਾਹਿਬ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਉਸ ਸ਼ਹਾਦਤ ਤੋਂ ਪ੍ਰੇਰਨਾ ਲਈ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਤੇ ਉਸ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠਦੇ ਹਨ। ਗੁਰਗੱਦੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਜਿਹੜੇ ਹਨ ਉਹ ਸੰਭਾਲਦੇ ਹਨ। ਦੂਸਰੇ ਧਰਮਾਂ ਵਾਂਗਨ ਉਹਨਾਂ ਨੇ ਅਥਰੂ ਨਹੀਂ ਵਗਾਏ, ਉਹਨਾਂ ਨੇ ਕੋਈ ਸੈਡਨੈਸ ਨਹੀਂ ਦਿਖਾਈ, ਨਾ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਔਰ ਨਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਔਰ ਫਿਰ ਉਹਨਾਂ ਤੋਂ ਬਾਅਦ ਜਦੋਂ ਸਾਹਿਬਜ਼ਾਦੇ ਜਿਹੜੇ ਹਨ ਸ਼ਹੀਦ ਹੁੰਦੇ ਹਨ, ਬੜੇ ਬੜੇ ਅੱਛੇ ਗੁਰਸਿੱਖ ਸ਼ਹੀਦ ਹੁੰਦੇ ਹਨ, ਪਿਆਰਿਆਂ ਦੇ ਵਿੱਚੋਂ 3 ਪਿਆਰੇ ਸ਼ਹੀਦ ਹੁੰਦੇ ਹਨ, ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜ਼ੋਰ ਦੀ ਜਕਾਰਾ ਜਿਹੜੇ ਛਡਾਉਂਦੇ ਹਨ, ਜਕਾਰੇ ਦੇ ਨਾਲ ਉਸ ਅਕਾਲ ਪੁਰਖ ਦਾ ਧੰਨਵਾਦ ਕਰਦੇ ਹਨ ਕਿ ਜਿਸ ਮਕਸਦ ਲਈ ਇਹ ਜਿਹੜਾ ਹੈ ਧਰਮ ਯੁੱਧ ਆਰੰਭਿਆ ਸੀ, ਉਸ ਧਰਮ ਯੁੱਧ ਦੇ ਅੰਦਰ ਇਹਨਾਂ ਪਿਆਰਿਆਂ ਨੇ ਆਪਣੀ ਹੱਸ-ਹੱਸ ਕੇ ਕੁਰਬਾਨੀਆਂ ਦਿੱਤੀਆਂ ਹਨ, ਔਰ ਉਹ ਪ੍ਰੇਰਨਾ ਜਿਹੜੀ ਹੈ ਅੱਜ ਤੱਕ ਚੱਲ ਰਹੀ ਹੈ। ਛੋਟੇ ਸਾਹਿਬਜ਼ਾਦਿਆਂ ਦਾ ਜਦੋਂ ਅਸੀਂ ਅੱਜ ਦਿਨ ਮਨਾ ਰਹੇ ਹਾਂ, ਮਾਤਾ ਗੁਜਰ ਕੌਰ ਜੀ ਦਾ ਦਿਨ ਮਨਾ ਰਹੇ ਹਾਂ, ਤਾਂ ਮੈਨੂੰ ਇਹ ਗੱਲ ਯਾਦ ਆ ਗਈ ਹੈ ਕਿ ਵੀਰ ਦਵਿੰਦਰ ਸਿੰਘ ਜੀ ਜਿਹੜੇ ਸਪੀਕਰ ਸੀਗੇ ਪੰਜਾਬ ਅਸੈਂਬਲੀ ਦੇ, ਉਹ ਅਮਰੀਕਾ ਵੀ ਜਦੋਂ ਗਏ ਤਾਂ ਉੱਥੇ ਉਹਨਾਂ ਨੇ ਸਲੀਬ ਤੇ ਟੰਗੇ ਹੋਏ ਜੀਸਸ ਕ੍ਰਾਈਸਟ ਦੀ ਫੋਟੋ ਦੇਖੀ, ਤਾਂ ਉਹਦੇ ਥੱਲੇ ਜਿਹੜੇ ਕ੍ਰਿਸਚੀਅਨਸ ਇਕੱਠੇ ਹੋਏ ਸਨ, ਉਹ ਬੜੇ ਹੀ ਗਮਗੀਨ ਮੁਦਰਾ ਵਿੱਚ ਸਨ। ਉੱਥੇ ਵੀਰ ਦਵਿੰਦਰ ਸਿੰਘ ਜੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਔਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜਦੋਂ ਬਿਆਨ ਕੀਤਾ, ਤਾਂ ਜਦੋਂ ਦੱਸਿਆ ਕਿ ਠੰਡੇ ਬੁਰਜ ਦੇ ਅੰਦਰ ਕਿਵੇਂ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਲੈ ਕੇ ਬੈਠੇ ਹਨ, ਔਰ ਕਿਵੇਂ ਜਿਹੜੇ ਸਰਹੰਦ ਦੀ ਸੂਬੇ ਦੀ ਜਿਹੜੀ ਹੈ ਉਹ ਕਚਹਿਰੀ ਦੇ ਅੰਦਰ ਕਿਵੇਂ ਉਹ ਦ੍ਰਿੜਤਾ ਦੇ ਨਾਲ ਆਪਣਾ ਪੈਰ ਅੱਗੇ ਰੱਖ ਕੇ ਵੜਦੇ ਹਨ, ਉਹ ਫਿਰ ਗੱਜ ਕੇ ਜਕਾਰਾ ਬੁਲਾਉਂਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਡਰਦੇ ਨਹੀਂ ਹਨ। ਤਾਂ ਉਸ ਉੱਥੇ ਸਾਹਮਣੇ ਇੱਕ ਬੈਠੀ ਹੋਈ ਬੀਬੀ ਜਿਹੜੀ ਸੀਗੀ, ਉਹਦੇ 2 ਬੱਚੇ ਸਨ, ਉਹ ਉਹਨਾਂ ਨੂੰ ਜ਼ਰੂਰ ਕਲਚ ਕਰਦੀ ਵੀ ਸੀ, ਆਪਣੀ ਛਾਤੀ ਨਾਲ ਲਗਾਉਂਦੀ ਸੀਗੀ। ਸ਼ਾਇਦ ਉਹਨੂੰ ਅਹਿਸਾਸ ਹੋ ਰਿਹਾ ਹੈਗਾ ਕਿ ਮਾਤਾ ਨੇ ਕਿਸ ਤਰ੍ਹਾਂ ਉਹਨਾਂ ਬੱਚਿਆਂ ਨੂੰ ਆਪਣੇ ਨਾਲ ਜੋੜਿਆ। ਤਾਂ ਉਹਨੇ ਕੁਐਸਚਨ ਆਨਸਰ ਸੈਸ਼ਨ ਦੇ ਵਿੱਚ ਕੁਐਸਚਨ ਪੁੱਛਿਆ ਕਿ ਉਹਨਾਂ ਬੱਚਿਆਂ ਦੇ ਅੰਦਰ ਇਹ ਦਲੇਰੀ ਕਿਸ ਨੇ ਭਰੀ ਹੈ। ਤਾਂ ਜਦੋਂ ਉਹਨਾਂ ਜਵਾਬ ਦਿੱਤਾ ਕਿ ਉਹਨਾਂ ਦੀ ਦਾਦੀ ਮਾਤਾ ਗੁਜਰ ਕੌਰ ਜੀ ਨੇ ਉਹਨਾਂ ਨੂੰ ਇਹ ਸਾਰੀ ਸਿੱਖਿਆ ਦਿੰਦੇ ਸਨ ਦ੍ਰਿੜਤਾ ਦਾ, ਕਿ ਤੁਹਾਡੇ ਦਾਦਾ ਜੀ, ਤੁਹਾਡੇ ਪੜਦਾਦਾ ਜੀ ਕਿਵੇਂ ਉਹਨਾਂ ਨੇ ਮੁਗਲਾਂ ਦਾ ਜਿਹੜਾ ਹੈ ਜ਼ੁਲਮ ਦਾ ਮੁਕਾਬਲਾ ਕੀਤਾ ਹੈ, ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਦਾਦਾ ਸਾਹਿਬ ਨੇ, ਔਰ ਪਿਤਾ ਜੀ ਕਿਵੇਂ ਜੂਝ ਰਹੇ ਹਨ, ਬਾਕੀ ਸਾਰਾ ਪਰਿਵਾਰ ਜੂਝ ਰਿਹਾ ਹੈ। ਤਾਂ ਉਹ ਵੇਖ ਕੇ ਬੜੀ ਹੈਰਾਨ ਹੋਈ ਕਿ ਅਸੀਂ ਕਿਵੇਂ ਸੈਡਨੈਸ ਵਿੱਚ ਬੈਠਦੇ ਹਾਂ, ਤੇ ਕਿਵੇਂ ਇਹ ਜਿਹੜੇ ਸਿੱਖ ਧਰਮ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਲਖਤੇ ਜਿਗਰ ਹਨ, ਹੋਰ ਜਿਹੜੇ ਸਿੱਖ ਹਨ, ਉਹ ਕਿਵੇਂ ਹੱਸ-ਹੱਸ ਕੇ ਜਿਹੜੀਆਂ ਕੁਰਬਾਨੀਆਂ ਦਿੰਦੇ ਹਨ ਔਰ ਫਿਰ ਦ੍ਰਿੜਤਾ ਦਿਖਾਉਂਦੇ ਹਨ। ਉਹ ਕਿਸੇ ਦੀ ਈਨ ਨਹੀਂ ਮੰਨਦੇ, ਨਾ ਸੈਡਨੈਸ ਆਉਣ ਦਿੰਦੇ ਹਨ। ਔਰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਦੇ ਅੰਦਰ ਜਦੋਂ ਸ਼ਹਾਦਤ ਪ੍ਰਾਪਤ ਕਰਦੇ ਹਨ, ਤੇ ਉਹ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਜਕਾਰਾ ਜਿਹੜਾ ਉਹ ਛੱਡਦੇ ਹਨ। ਤਾਂ ਮੈਨੂੰ ਇੱਥੋਂ ਇਹ ਇੱਕੋ ਸੇਧ ਮਿਲਦੀ ਹੈ ਕਿ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਿਹੜੀ ਹੈ ਕੱਚੀ ਲੱਸੀ ਜਿਹੜੀ ਹੈ ਵਰਤਾਈ ਜਾਂਦੀ ਹੈ, ਉਹ ਵੀ ਮਿੱਠੀ ਹੁੰਦੀ ਹੈ, ਮਿਠਾਸ ਉਹਦੇ ਚ ਹੁੰਦੀ ਹੈ। ਤੇ ਉਸ ਤੋਂ ਬਾਅਦ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਸ਼ਹਾਦਤ ਦੇਖਦੇ ਹਾਂ, ਉਹਦੇ ਚ ਵੀ ਕਿ ਭਾਈ ਜੈਤਾ ਜੀ ਨੇ, ਭਾਈ ਨਨੂਆ ਜੀ ਨੇ, ਉਹ ਭਾਈ ਲੱਖੀ ਸ਼ਾਹ ਵੰਜਾਰਾ ਨੇ ਕਿਵੇਂ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਕੀਤਾ ਹੈ। ਤੋਂ ਅਸੀਂ ਇਹਨਾਂ ਸ਼ਹਾਦਤ ਦੇ ਪੰਦਵਾੜੇ ਦੇ ਵਿੱਚੋਂ ਸਪਤਾਹ ਜਿਹੜਾ ਹਫ਼ਤਾ ਮਨਾ ਰਹੇ ਹਾਂ, ਇਹ ਜੋ ਪ੍ਰੇਰਨਾ ਲਈ ਹੈ, ਜਿਵੇਂ ਵੀਰ ਹਰਜੀਤ ਸਿੰਘ ਜੀ ਨੇ ਕਿਹਾ ਕਿ ਪੰਥ ਨੂੰ ਕਿਵੇਂ ਉਜਾਗਰ ਕਰਨਾ ਹੈ, ਉਸ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਜਿਹੜੀ ਹੈ ਉਹ ਚੜ੍ਹਦੀ ਕਲਾ ਵਾਲੇ ਪਾਸੇ ਜਾਈਏ, ਨਾ ਕਿ ਸੈਡਨੈਸ ਵਾਲੇ ਪਾਸੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਹੈ ਹੁਣ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਕਿ ਇਹ ਜੋ ਐਲਾਨ ਕੀਤੇ ਜਾਂਦੇ ਨੇ, ਇਹ ਸਾਨੂੰ ਆਪਣੇ ਜਿਹੜੇ ਸਾਡੇ ਪ੍ਰਿੰਸੀਪਲਸ ਆਫ ਸਿੱਖਿਜ਼ਮ ਨੇ ਉਹਨਾਂ ਨਾਲ ਇਹ ਗੱਲ ਜਿਹੜੀ ਹੈ ਕੋਈ ਬਹੁਤੀ ਮੇਲ ਖਾਂਦੀ ਨਹੀਂ ਲੱਗਦੀ। ਮੈਨੂੰ ਯਾਦ ਹੈ 2-3 ਸਾਲ ਪਹਿਲੇ ਇੱਕ ਬੜੇ ਉੱਚ ਅਹੁਦੇ ਦੇ ਜਿਹੜੇ ਸਾਡੇ ਧਾਰਮਿਕ ਅਹੁਦੇ ਤੇ ਬੈਠੇ, ਉਹਨਾਂ ਨੇ ਈਵਨ ਇਹ ਕਿਹਾ ਸੀਗਾ ਵੀ ਸ਼ਹੀਦੀ ਪੰਦਰਵਾੜਾ ਜਿਹੜਾ ਨਗਰ ਕੀਰਤਨ ਚੱਲਦਾ ਹੈ ਉਹਦੇ ਤੇ ਦੇਗ ਨਹੀਂ ਵਰਤਾਉਣੀ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਬੜੇ ਮਤਲਬ ਵੀ ਸਮਝ ਵਿੱਚ ਨਹੀਂ ਆਉਂਦੀਆਂ। ਤੋ ਖੈਰ ਤਜਿੰਦਰ ਸਿੰਘ ਜੀ ਨੇ ਗੱਲ ਕਲੀਅਰ ਕੀਤੀ ਹੈ। ਤੋ ਸਾਧ ਸੰਗਤ ਜੀ, ਸ਼ਹਾਦਤ ਤੋਂ ਬਾਅਦ ਤਾਂ ਜ਼ਿਆਦਾ ਮੋਟੀਵੇਸ਼ਨ ਔਰ ਜ਼ਿਆਦਾ ਚੜ੍ਹਦੀ ਕਲਾ ਆਉਂਦੀ ਹੈ, ਤੇ ਚੜ੍ਹਦੀ ਕਲਾ 'ਚ ਰਹਿਣ ਲਈ ਆਪਾਂ ਰੋਜ਼ ਜਕਾਰਾ ਬੁਲਾਉਂਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ। ਆਨੰਦ ਸਾਹਿਬ ਦੀ ਪਾਠ ਜੇ ਬੱਚੇ ਦੇ ਜਨਮ ਤੇ ਵੀ ਹੁੰਦਾ ਹੈ, ਕੋਈ ਵੀ ਐਸਾ ਸਾਡਾ ਦੀਵਾਨ ਜਿਹੜਾ ਹੈ ਉਹ ਉਹਨਾਂ ਚਿਰ ਸੰਪੂਰਨ ਨਹੀਂ ਜਿੰਨਾ ਚਿਰ ਆਨੰਦ ਸਾਹਿਬ ਦੀਆਂ ਬਾਣੀਆਂ ਦੇ ਪਾਠ ਨਹੀਂ ਹੁੰਦਾ। ਤੇ ਇਹਦਾ ਮਤਲਬ ਹਮੇਸ਼ਾ ਆਨੰਦ ਵਿੱਚ ਚੜ੍ਹਦੀ ਕਲਾ ਚ ਰਹਿਣਾ। ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਭਾਣਾ ਹੈ। ਔਰ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਜੋ ਪ੍ਰੈਕਟੀਕਲੀ ਕੀਤਾ ਅਸੀਂ ਉਹ ਦੇਖੀਏ, ਨਾ ਕਿ ਆਪਣੀ ਜਿਹੜੀ ਹੈ ਉਹ ਬਣਾ ਕੇ ਸੰਗਤਾਂ ਦੇ ਸਾਹਮਣੇ ਰੱਖੀਏ। ਇੱਕ ਵਾਰੀ ਫੇਰ ਆਪ ਜੀ ਦਾ ਧੰਨਵਾਦ। ਤੋਂ ਸਤਿਗੁਰੂ ਕਿਰਪਾ ਕਰਨ ਕਿ ਅਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹਿਣਾ ਜਿਹੜਾ ਉਹ ਸਿੱਖੀਏ, ਕਿਉਂਕਿ ਦੂਸਰੇ ਮਤਾਂ ਦਾ ਤੇ ਸਿੱਖ ਮਤ ਦਾ ਕੁਝ ਫਰਕ ਵੀ ਇਹੀ ਹੈ। ਮੈਨੂੰ ਯਾਦ ਹੈ ਦੱਖਣ ਭਾਰਤ ਵਿੱਚ ਵੀ ਕੋਈ ਐਸਾ ਪ੍ਰੋਗਰਾਮ ਹੁੰਦਾ ਹੈ ਜਿਸ ਵੇਲੇ ਉਹ ਆਪਣਾ ਇਸ ਤਰ੍ਹਾਂ ਦਾ ਇੱਕ ਜਲੂਸ ਜਿਹਾ ਕੱਢਦੇ ਨੇ, ਤਾਂ ਉੱਥੇ ਵੀ ਨੰਗੇ ਪਿੰਡ ਆਪਣੇ ਆਪ ਨੂੰ ਪਟੇ ਮਾਰ ਮਾਰ ਕੇ ਉਹ ਜ਼ਖਮੀ ਹੋ ਜਾਂਦੇ ਨੇ, ਲਹੂ ਲੁਹਾਨ ਹੋ ਜਾਂਦੇ। ਤੋਂ ਦੂਸਰੇ ਮਤ ਦੀ ਗੱਲ ਵੀ ਵੀਰ ਤੇਜਿੰਦਰ ਸਿੰਘ ਨੇ ਦੱਸੀ ਹੈ, ਪਰ ਸਿੱਖ ਮਤ ਵਿੱਚ ਐਸੀ ਗੱਲ ਨਹੀਂ। ਤੋਂ ਅਸੀਂ ਤਾਂ ਹਮੇਸ਼ਾ ਸਤਿਗੁਰੂ ਪਾਸੋਂ ਚੜ੍ਹਦੀ ਕਲਾ ਮੰਗਣੀ ਹੈ। ਔਰ ਜਿਨ੍ਹਾਂ ਸਿੰਘਾਂ ਨੇ ਸਿੰਘਣੀਆਂ ਨੇ ਸ਼ਹੀਦੀਆਂ ਪਾਈਆਂ ਨੇ, ਉਹ ਪੰਥ ਦੀ ਚੜ੍ਹਦੀ ਕਲਾ ਲਈ ਪਾਈਆਂ ਨੇ, ਸੈਡਨੈਸ ਲਈ ਨਹੀਂ ਪਾਈਆਂ। ਕਿਉਂਕਿ ਇਸ ਤਰ੍ਹਾਂ ਜਿਹੜੀ ਆਮ ਮੌਤ ਜਿਹੜੀ ਹੈ ਉਹ ਹਰ ਬੰਦੇ ਮਰੀ ਜਾਂਦਾ, ਪਰ ਸ਼ਹੀਦ ਦੀ ਜਿਹੜੀ ਮੌਤ ਹੈ ਉਹ ਕੌਮ ਕੀ ਹਯਾਤ। ਤੋਂ ਇਸ ਕਰਕੇ ਸਾਨੂੰ ਇਹ ਜਿਹੜੇ ਦਿਨ ਨੇ ਚੜ੍ਹਦੀ ਕਲਾ ਨਾਲ ਮਨਾਉਣੇ ਚਾਹੀਦੇ ਨੇ। ਹਾਂ, ਜਿਹੜਾ ਅਸਲ ਫਰਜ਼ ਸਾਡਾ ਇਹ ਹੈ ਕਿ ਜਿਸ ਤਰ੍ਹਾਂ ਵੀਰ ਜੀ ਦੱਸ ਰਹੇ ਸੀਗੇ ਕਿ ਉਹ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਉਸ ਬੀਬੀ ਨੇ ਪੁੱਛਿਆ ਵੀ ਕਿੱਥੋਂ ਪ੍ਰੇਰਨਾ ਮਿਲੀ ਹੈ, ਤੇ ਦਾਦੀ ਤੋਂ ਮਿਲੀ। ਸੋ ਅੱਜ ਜਿਹੜੀਆਂ ਮਾਤਾਵਾਂ ਨੇ, ਜਿਹੜੀਆਂ ਦਾਦੀਆਂ ਨੇ, ਨਾਨੀਆਂ ਨੇ, ਉਹਨਾਂ ਦੇ ਫਰਜ਼ ਬਣਦਾ ਹੈ ਕਿ ਅਸੀਂ ਬੱਚਿਆਂ ਨੂੰ ਇਹ ਸ਼ਹੀਦੀ ਗਾਥਾ ਸੁਣਾ ਕੇ ਉਹਨਾਂ ਦੇ ਅੰਦਰ ਇੱਕ ਜਜ਼ਬਾ ਪੈਦਾ ਕਰੀਏ ਕਿ ਸਾਡਾ ਵਿਰਸਾ ਕਿੰਨਾ ਮਹਾਨ। ਔਰ ਇਹ ਜਿਹੜਾ ਸੋਸ਼ਲ ਮੀਡੀਆ ਤੇ ਬਾਕੀ ਪ੍ਰਚਾਰ ਦਾ ਸਾਧਨ ਹੈ, ਇਹਦਾ ਸਾਧ ਸੰਗਤ ਜੀ ਇਹ ਪੋਜ਼ਿਟਿਵ ਅਸਰ ਹੋ ਰਿਹਾ ਹੈ। ਮੈਂ ਆਪਣੇ ਆਪ ਮੈਂ ਇੱਕ ਮਿਸਾਲ ਦਿੰਦਾ ਕਿ ਸਾਡੇ ਜਿਹੜੇ ਸਿੱਖ ਫਿਜ਼ਿਕਸ ਕਾਲਜ ਟੋਰਾਂਟੋ ਸਰਕਲ ਦੀ ਬੱਚਿਆਂ ਦੀ ਕਲਾਸ ਚੱਲਦੀ ਹੈ, ਉੱਥੇ ਬੱਚਿਆਂ ਨੂੰ ਪੰਜਾਬੀ ਸਿਖਾਈ ਜਾਂਦੀ ਹੈ, ਹਫ਼ਤਾਵਾਰੀ ਕਲਾਸ, ਤਾਂ ਜੇ ਪੰਜਾਬੀ ਨਾਲ ਜੁੜਨ ਔਰ ਗੁਰਬਾਣੀ ਨਾਲ ਜੁੜਨ। ਉਹਦੇ ਵਿੱਚ ਇੱਕ ਸਵਾਲ ਇਹ ਕਿ ਉਹਨਾਂ ਨੂੰ ਪਾਇਆ ਕਿ ਵਾਟ ਇਜ਼ ਦ ਇੰਪੋਰਟੈਂਸ ਆਫ ਦਿਸ ਮੰਥ ਆਫ ਦਸੰਬਰ। तो मैनू लगता सी भी उन्होंने सारे ने यही कहना भी हाँ जी ये मतलब हॉलीडे सीजन है, क्रिसमस है, वी एंजॉय। पर मैनू बड़ी खुशी हुई है सत्संग कि सारे बच्चों ने अपने आंसर लिखा कि यह तो गल लिखी जी मतलब कि दिस इज हॉलीडे सीजन, क्रिसमस है। अगे लिखा फॉर सिक्स इट इज़ वेरी इंपॉर्टेंट बिकॉज मैनी सिक्स लेड डाउन देयर लाइव्स। सो इन द क्रक्स सीगा। तो मैनू इस गल की खुशी हुई है कि भी घट्टो घट्ट अवेयरनेस आ रही है, इनू होर लोड़ है उजागर करने की। ਤਾਂ ਜੇ ਦੇਖੋ ਮੈਂ ਤੇ ਬੇਨਤੀ ਕਰਦਾ ਹੁੰਦਾ ਵੀ ਜਿਸ ਵੇਲੇ ਜਿਸ ਕੌਮ ਦੇ ਬੱਚੇ ਔਰ ਜਿਸ ਕੌਮ ਦੀ ਜਿਹੜੀ ਟੀਨੇਜਰਸ ਨੇ ਉਹ ਅਵੇਅਰ ਹੋਣਗੇ ਤੇ ਉਹਦਾ ਫਿਊਚਰ ਬਹੁਤ ਵਧੀਆ ਹੋਏਗਾ। ਆਓ ਇਸ ਪਾਸੇ ਆਪਾਂ ਹਮਲਾ ਮਾਰੀਏ। ਸਤਿਗੁਰੂ ਜੀ ਕਿਰਪਾ। ਤੋਂ ਵੀਰ ਤੇਜਿੰਦਰ ਸਿੰਘ ਜੀ ਆਪ ਜੀ ਦਾ ਧੰਨਵਾਦ। ਤੋਂ ਸਾਧ ਸੰਗਤ ਜੀ ਇੱਕ ਸਵਾਲ ਹੋਰ ਪੈਂਡਿੰਗ ਹੈ, ਉਹ ਪਿਛਲੇ ਹਫਤੇ ਨਹੀਂ ਸੀ ਕਰ ਸਕੇ ਸੀ। ਉਹਦੇ 'ਚ ਸਵਾਲਕਰਤਾ ਨੇ ਪੁੱਛਿਆ ਵੀ ਕਈ ਸਿੰਘ ਆਪਣੇ ਨਾਮ ਨਾਲ ਖਾਲਸਾ ਲਗਾਉਂਦੇ ਨੇ, ਬਈ ਆਇਆ ਕੌਣ ਲਗਾ ਸਕਦਾ ਹੈ, ਕੌਣ ਨਹੀਂ ਲਗਾ ਸਕਦਾ। तो साथ संगत में बेनती करते हैं, नाम खालसा लगाया बड़ी चंगी गल है, अच्छी गल है कि अपने नाम नाल खालसा लगाया। और जे खालसा लगाया, हाँ एक गल जरूर है जिहड़ी बेनती है बई लावे कोई भी खालसा लफ्ज़ मना नहीं है, पर लाण तो पहले ये जरूर सोचे कि मैं खालसा हाँ, क्योंकि खालसा जिहड़ा वो आम मनुख नहीं है। खालसा आम मनुख नहीं है। ये तो आप सुनते ही हैं भी जिहड़ी लिखत है कि खालसा मेरो रूप है खास, खालसे में हूँ करो निवास। खालसा मेरा रूप है, आम नहीं है, ये तो गुरु का रूप है। तो इस करके जे मैं अपने नाम में खालसा लाना तो मैंने ये जरूर विचार करनी चाहिए है भी आया मैं गुरु का रूप हाँ। तो देखो अंदरला रूप तो अपने आप में पता होता है, पर घट्टो घट्ट जो बाहरला रूप है वो तो साडा वधिया होना चाहिए। और दूजा खालसा का मतलब ही है कि खालस, और ये लफ्ज़ जिहड़ा है क्षमा कर शब्द जिहड़ा है ये कबीर साहब जी ने वरत्या है कि खालसा लफ्ज़ जिहड़ा कबीर साहब जी का आया, मैं तो याद कबीर जन पए खालसे, हाँ प्रेम कबीर जन भगत पे जन। खालसे प्रेम भगत जन। तो उन्होंने लाया खालसे का मतलब जिहदा सीधा संबंध है वाहिगुरू जी दे नाल। भाव असीं किसी मड़ी वसान, किसी डेरेदार, किसी होर देहधारी नूं नहीं मनदे। साडी सीधी गलबात जिहड़ी है वो डायरैक्ट साडा हॉटलाइन लाइन जिहड़ी है अकाल पुरख वाहिगुरू है। हाँ उहदे लई साडा किरदार है खालसा लफ्ज़ मैं तो कहना सारे लाण और सारे दे मन च चाह होवे कि साडा किरदार जिहड़ा वही होना चाहिए
ਜਿਹੜਾ ਕਿਰਦਾਰ ਸਾਡੇ ਗੁਰੂ ਸਾਹਿਬਾਨ ਸਾਡੇ ਤੋਂ ਐਕਸਪੈਕਟ ਕਰਦੇ ਨੇ, ਜਿਸ ਕਿਰਦਾਰ ਕਰਕੇ ਉਹਨਾਂ ਨੇ ਆਪਣੇ ਬੱਚੇ ਵਾਰੇ ਔਰ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪਾਈਆਂ ਇੱਕ ਕਿਰਦਾਰ ਬਣਾਉਣ ਕਰਕੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹ ਕਿਰਦਾਰ ਜਿਹੜਾ ਅੱਜ ਤੱਕ ਸਾਰੇ ਸੰਸਾਰ ਵਿੱਚ ਜਿਹੜਾ ਸਿੱਖ ਨੂੰ ਨਹੀਂ ਵੀ ਜਾਣਦਾ, ਉਹ ਇਸ ਸਿੱਖ ਦੇ ਕਿਰਦਾਰ ਤੋਂ ਜ਼ਰੂਰ ਕਾਇਲ ਹੈ। ਔਰ ਮੈਨੂੰ ਯਾਦ ਹੈ, ਕਹਿੰਦੇ ਨੇ ਵੀ ਜਿਸ ਵੇਲੇ ਮਤਲਬ ਵੀ ਆਪਣੇ ਹਿੰਦੁਸਤਾਨ ਤੇ ਅੰਗਰੇਜ਼ਾਂ ਦਾ ਰਾਜ ਸੀਗਾ, ਤਾਂ ਉਸ ਵੇਲੇ ਕਿਹਾ ਜਾਂਦਾ ਸੀ ਵੀ ਅਗਰ ਇੱਕ ਸਿੱਖ ਗਵਾਹੀ ਦੇ ਦਿੰਦਾ ਸੀ ਕਿਸੇ ਕੋਰਟ ਕੇਸ ਵਿੱਚ, ਸਿੱਖ ਦੀ ਗਵਾਹੀ ਆਉਣ ਤੇ ਉਸੇ ਵੇਲੇ ਕੇਸ ਜਿਹੜਾ ਉਹ ਖਤਮ ਹੋ ਜਾਂਦਾ ਸੀ। ਕਿਉਂਕਿ ਜੱਜ ਨੂੰ ਪਤਾ ਸੀ ਵੀ ਸਿੱਖ ਜਿਹੜਾ ਦਸਤਾਰਧਾਰੀ ਸਿੱਖ ਹੈ, ਜਿਹੜੇ ਮੁਖ ਤੇ ਪ੍ਰਕਾਸ਼ ਦੜ ਹੈ, ਉਹ ਕਦੀ ਵੀ ਝੂਠ ਨਹੀਂ ਬੋਲੇਗਾ। ਉਹਦੀ ਜਿਹੜੀ ਗਵਾਹੀ ਹੈ ਸੱਚ ਮੰਨ ਕੇ ਕੇਸ ਜਿਹੜਾ ਡਿਸਾਈਡ ਕੀਤਾ ਜਾਂਦਾ ਸੀ। ਇਹ ਕਿਰਦਾਰ ਹੈ ਸਿੱਖੀ ਦਾ। ਔਰ ਆਓ ਅਰਦਾਸ ਕਰੀਏ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਕਿ ਸਾਡਾ ਇਹ ਕਿਰਦਾਰ ਜਿਹੜਾ ਬਣਿਆ ਰਹੇ। ਹਾਂ, ਇਹ ਜ਼ਰੂਰ ਹੈ ਕਿ 20ਵੀਂ ਔਰ 21ਵੀਂ ਸਦੀ ਦੇ ਵਿੱਚ ਸਾਡੇ ਇਸ ਕਿਰਦਾਰ ਵਿੱਚ ਕਈ ਛੇਕ ਪੈ ਗਏ ਨੇ। ਨਹੀਂ ਤੇ ਕਦੀ ਜਿੱਥੇ ਇਹ ਗੱਲ ਕਹੀ ਜਾਂਦੀ ਹੈ ਕਿ ਕਦੀ ਕੋਈ ਤੁਸੀਂ ਸਿੱਖ ਜਿਹੜਾ ਮੰਗਤਾ ਨਹੀਂ ਦੇਖੋਗੇ, ਉੱਥੇ ਇਹ ਵੀ ਆਉਣਾ ਚਾਹੀਦਾ ਵੀ ਕਦੀ ਕੋਈ ਸਿੱਖ ਤੁਹਾਨੂੰ ਝੂਠ ਬੋਲਦਾ ਨਹੀਂ ਲੱਭੇ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਨਾਂ ਖਾਲਸਾ ਰੱਖਿਆ, ਖਾਲਸ, ਜਿਹਦੇ 'ਚ ਕੋਈ ਕਮੀ ਨਹੀਂ ਹੈ, ਜਿਹਦੇ 'ਚ ਕੋਈ ਮਿਲਾਵਟ ਨਹੀਂ। ਤੇ ਆਓ ਆਪਣੇ ਇਸ ਨਾਮ ਦੀ ਲਾਜ ਰੱਖੀਏ। ਜਿਹੜਾ ਵੀ ਲਾਂਦਾ ਮੁਬਾਰਕ ਹੈ, ਕੋਈ ਵੀ ਲਾ ਸਕਦਾ, ਮਨਾਹੀ ਨਹੀਂ ਹੈ, ਪਰ ਉਹ ਜ਼ਰੂਰ ਸੋਚੇ ਕਿ ਮੇਰਾ ਨਾਮ ਜਿਹੜਾ ਅੱਜ, ਕਿਉਂਕਿ ਇੱਕ ਸਵਾਲ ਵੀ ਆਇਆ ਸੀਗਾ ਨਾਮ ਬਾਰੇ ਜਿਹੜਾ ਭੈਣ ਮਨਿੰਦਰ ਕੌਰ ਜੀ ਨੇ ਕੀਤਾ, ਮੈਂ ਉੱਥੇ ਵੀ ਬੇਨਤੀ ਕੀਤੀ ਸੀ ਵੀ ਸਾਨੂੰ ਮਾਣ ਹੋਣਾ ਚਾਹੀਦਾ ਕਿ ਸਾਡੇ ਨਾਮ ਨਾਲ ਸਿੰਘ ਹੈ, ਸਾਡੀਆਂ ਭੈਣਾਂ ਦੇ ਨਾਮ ਨਾਲ ਕੌਰ ਹੈ। ਇਹ ਤਾਂ ਸਾਡਾ ਮਾਣ ਹੋਣਾ ਚਾਹੀਦਾ। ਅੱਜ ਅਸੀਂ ਸਿੰਘ ਤੇ ਕੌਰ ਹੀ ਮਾਈਨਸ ਕਰੀ ਜਾਂਦੇ ਹਾਂ, ਫਸਟ ਨੇਮ ਐਂਡ ਦੀ ਲਾਸਟ ਨੇਮ, ਵਿਚਕਾਰਲਾ ਨਾਮ ਜਿਹੜਾ ਅਸਲ ਨਾਮ ਹੈ ਅਸੀਂ ਭੁੱਲੀ ਜਾਂਦੇ ਹਾਂ। ਤਾਂ ਆਓ ਇੱਕ ਤੇ ਸਿੰਘ ਕੌਰ ਤੇ ਆਪਾਂ ਜ਼ਰੂਰ ਜਿਹੜਾ ਉਹ ਜ਼ੋਰ ਦਈਏ। ਬਾਕੀ ਖਾਲਸਾ ਲਫ਼ਜ਼ ਜਿਹੜਾ ਕਿ ਕੁਐਸਚਨ ਜਿਹੜਾ ਖਾਲਸਾ ਸ਼ਬਦ ਲਾਇਆ ਜਾ ਸਕਦਾ ਕਿ ਨਹੀਂ ਜਾ ਸਕਦਾ, ਉੱਤਰ ਹੈ ਜੀ ਲਾਇਆ ਜਾ ਸਕਦਾ। ਪਰ ਨਾਲ ਬੇਨਤੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਕਿ ਸਾਡਾ ਕਿਰਦਾਰ ਜਿਹੋ ਜਿਹਾ ਹੋਰ ਵਧੀਆ ਬਣੇ, ਕਿਉਂਕਿ ਦੇਖੋ ਐਂਡ ਨਹੀਂ, ਸਕਾਈ ਇਜ਼ ਦਾ ਲਿਮਿਟ। ਤਾਂ ਆਓ ਅਸੀਂ ਇੱਕ ਵਧੀਆ ਕਿਰਦਾਰ ਵਾਲੇ ਇਨਸਾਨ ਬਣੀਏ, ਤਾਂ ਜੇ ਸੰਸਾਰ ਵਿੱਚ ਜਿਵੇਂ ਅੱਜ ਤੱਕ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਿੱਖਾਂ ਦਾ ਬੋਲਬਾਲਾ ਬਣਿਆ ਹੈ। ਜੇਕਰ ਅਸੀਂ ਲੰਗਰਾਂ ਕਰਕੇ, ਸੇਵਾ ਕਰਕੇ, ਉਪਕਾਰ ਕਰਕੇ ਮਸ਼ਹੂਰ ਹਾਂ, ਉੱਥੇ ਅਸੀਂ ਆਪਣੇ ਕਿਰਦਾਰ ਕਰਕੇ ਮਸ਼ਹੂਰ ਹੋਈਏ ਤੇ ਸਤਿਗੁਰੂ ਦੀ ਬਹੁਤ ਰਹਿਮਤ ਹੋਏਗੀ। ਵੀਰ ਤੇਜਿੰਦਰ ਸਿੰਘ ਜੀ, ਆਪ ਕੁਝ ਕਹਿਣਾ ਚਾਹੁੰਦੇ ਹੋ, ਕਿਰਪਾ ਕਰੋ। ਵੀਰ ਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਜਿਵੇਂ ਤੁਸੀਂ ਸਵਾਲ ਰੀਡ ਕੀਤਾ ਕਿ ਖਾਲਸਾ ਆਪਣੇ ਨਾਂ ਨਾਲ ਕੌਣ ਲਗਾ ਸਕਦਾ ਹੈ, ਤੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਜਿਹੜੀ 33 ਸਵਈਏ ਦੀ ਜਿਹੜੀ ਸਟੀਕ ਛਪੀ ਹੈ, ਉਹਦੇ ਪਹਿਲਾ ਸਵਈਆ ਸਾਨੂੰ ਇਹ ਦੱਸਦਾ ਕਿ ਜਾਗਤ ਜੋ ਜਪੈ ਨਿਸਪਾਸਰ ਏਕ ਬਿਨਾ ਮਨ ਹੈ ਕਨਾਨ, ਪੂਰਨ ਪ੍ਰੇਮ ਪ੍ਰਤੀ ਸਜੇ ਬ੍ਰਤ ਗੌਰ ਮੜੀ ਮਤ ਭੂਲ ਨਾ ਮਾਨੇ, तीर दान दया दा संयम एक बिना ने एक पछाने, पूर्ण जो जगह घट में तब खालस ताहे नखालस जाने। तो ਜਿਹੜਾ ਖਾਲਸਾ ਆਪਣੇ ਨਾਂ ਨਾਲ ਲਗਾਉਣਾ ਚਾਹੁੰਦਾ ਹੈ, ਇਸ ਡੈਫੀਨੇਸ਼ਨ ਦੇ ਆਪਣੇ ਆਪ ਜੀਵਨ ਨੂੰ ਪਰਖ ਲਵੇ ਤੇ ਫਿਰ ਜਿਹੜੀ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ में हूं करो निवास, खालसा मेरी जान की जान, खालसा मेरे प्राण के प्राण। ਉੱਥੇ ਅਖੀਰ ਤੇ ਕਹਿੰਦੇ ਕਿ ਹਉ ਖਾਲਸੇ ਦਾ ਖਾਲਸਾ ਮੋਰ, ਓਤ ਪੋਤ ਸਾਗਰ ਬੰਦੇਰ। ਕੋਈ ਇੰਨੀ ਗੱਲ ਕਹਿ ਕੇ ਫਿਰ ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਕਿ ਜਿਹੜਾ ਭਰਮ ਔਰ ਭੇਖ ਤੋਂ ਨਿਆਰਾ ਹੈ ਉਹ ਖਾਲਸਾ ਹੈ। तो इस डेफिनेशन के ऊपर अपने जीवन को परख के जो कोई अपने नाम खालसा लगाना चाहिए तो वो बहुत बहुत मुबारक है ਵੀਰ ਜੀ ਤੇਜਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ 33 ਸਵਈਆਂ ਦੀ ਗੱਲ ਕਰਕੇ ਬਹੁਤ ਹੀ ਕਲੀਅਰ ਕਰ ਦਿੱਤਾ ਹੈ, ਕੋਈ ਕਿਸੇ 'ਚ ਸ਼ੱਕ ਨਹੀਂ ਹੈ। तो ਜੇ ਕਿਸੇ ਨੂੰ ਸ਼ੱਕ ਹੈ ਤੇ ਉਸ 33 ਸਵਈਆ ਸਟੀਕ ਦੀ ਜਿਹੜਾ ਪਹਿਲਾ ਹੀ ਸਵਈਆ ਹੈ ਉਹ ਕਿਰਪਾ ਕਰਕੇ ਜ਼ਰੂਰ ਪੜ੍ਹੇ। ਇਹ ਸਿੱਖ ਦਾ ਕਰੈਕਟਰ ਹੈ ਕਿ ਸਿੱਖ ਦੀ ਰਹਿਣੀ ਬਹਿਣੀ। तो ਸਤਿਗੁਰੂ ਜੀ ਕਿਰਪਾ ਕਰੋ, ਇਸੇ ਤਰ੍ਹਾਂ ਸਾਰਿਆਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖੋ, ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਬਗੈਰ ਕੁਝ ਨਹੀਂ ਹੋ ਸਕਦਾ। ਅਸੀਂ ਆਪ ਜੀ ਦੇ ਖਾਲਸਾ ਪੰਥ ਦੇ ਮੈਂਬਰ ਵਾਕਈ ਖਾਲਸਾ ਬਣ ਕੇ ਰਹੀਏ, ਇਹ ਸਾਡੀ ਅਰਦਾਸ ਹੈ, ਬੇਨਤੀ ਹੈ। ਤੋ ਸਾਧ ਸੰਗਤ ਜੀ, ਅੱਜ ਦਾ ਇਹ ਜੋ ਪ੍ਰੋਗਰਾਮ ਨਿਭਾਉਂਦੇ ਆ, ਕਈ ਪ੍ਰਕਾਰ ਦੀਆਂ ਗਲਤੀਆਂ ਵਗਿਆਵਾਂ ਹੋ ਗਈਆਂ ਹੋਣਗੀਆਂ, ਔਰ ਜਿਸ ਤਰ੍ਹਾਂ ਪਹਿਲੇ ਬੇਨਤੀ ਕੀਤੀ ਹੈ ਦੁਬਾਰਾ ਕਰ ਰਹੇ ਹਾਂ ਕਿ ਜੋ ਵੀ ਉੱਤਰ ਦਿੱਤੇ ਨੇ ਇਹ ਫਾਈਨਲ ਨਹੀਂ ਹਨ। ਜੇ ਠੀਕ ਹਨ ਤੇ ਸਾਧ ਸੰਗਤ ਦਾ ਧੰਨਵਾਦ ਹੈ। ਅਗਰ ਇਹਦੇ 'ਚ ਕੋਈ ਉਣਤਾਈ ਹੈ ਤੇ ਕਿਰਪਾ ਕਰਕੇ ਦੱਸਣਾ ਜ਼ਰੂਰ, ਉਹਨੂੰ ਸਾਨੂੰ ਫੀਡਬੈਕ ਦੇਣਾ, ਔਰ ਅੱਗੋਂ ਹੋਰ ਸਵਾਲ ਭੇਜੋ ਤੇ ਸਾਨੂੰ ਇਨਕਰੇਜ ਕਰੋ। ਔਰ ਸਾਡੇ ਨਾਲ ਜਿਸ ਤਰ੍ਹਾਂ ਤੁਸੀਂ ਹੁਣ ਚੱਲ ਰਹੇ ਹੋ, ਬੜੀ ਮਿਹਰਬਾਨੀ ਤੁਹਾਡੀ। ਤਕਰੀਬਨ ਹੁਣ ਸ਼ਾਰਟਲੀ 2 ਸਾਲ ਹੋ ਜਾਣੇ ਨੇ ਇਸ ਕਲਾਸ ਨੂੰ ਚੱਲਦੇ। ਮੈਂ ਇੱਕ ਬੇਨਤੀ ਕੀਤੀ ਹੋਈ ਹੈ ਪਰ ਉਹ 'ਤੇ ਅਮਲ ਹੋਇਆ ਨਹੀਂ ਲੱਗਦਾ। ਮੈਂ ਚਾਹੁੰਦਾ ਸੀਗਾ ਕਿ ਸੰਨ 2021 ਲੰਘਣ ਤੱਕ
ਸਾਡੀ ਕਲਾਸ ਦੀ ਜਿਹੜੀ ਨਫਰੀ ਹੈ ਉਹ ਡਬਲ ਹੋ ਜਾਏ। ਤੇ ਸਾਧ ਸੰਗਤ ਮੇਰੀ ਬੇਨਤੀ ਹੈ, ਹੱਥ ਜੋੜ ਕੇ ਵੀ ਕਿਰਪਾ ਕਰੋ ਵੀ ਇੱਕ ਹੋਰ ਸੰਗਤ ਦਾ ਪ੍ਰੇਮੀ ਜਿਹੜਾ ਹੈ ਉਹ ਇਸ ਸੰਗਤ ਨਾਲ ਜੋੜੋ। ਸਾਡੇ ਮਨ ਦੀ ਇੱਕ ਇੱਛਾ ਹੈ, ਕਿਉਂਕਿ ਅਸੀਂ ਸੰਗਤ ਜਿਹੜੀ ਹੈ ਉਹ ਮਾਤਾ ਪਿਤਾ ਹੁੰਦੀ ਹੈ, ਮਾਤਾ ਪਿਤਾ ਕੋਲ ਬੱਚੇ ਨੇ ਆਪਣੀ ਅਰਜ਼ ਰੱਖਣੀ ਹੁੰਦੀ। ਸੋ ਸਾਡੀ ਅਰਜ਼ ਹੈ ਕਿ ਜ਼ਰੂਰ ਸੰਗਤ ਨਾਲ ਜੋੜੋ। ਆਪ ਜਪੋ, ਜੇ ਮਹਾਰਾਜ ਨੇ ਕਿਹਾ ਕਿ ਆਪ ਜਪੇ ਅਵਰਾ ਨਾਮ ਜਪਾਵੇ। ਆਓ ਸਤਿਗੁਰੂ ਕਿਰਪਾ ਕਰਨ, ਅਸੀਂ ਇਸੇ ਤਰ੍ਹਾਂ ਚੜ੍ਹਦੀ ਕਲਾ ਨਾਲ ਜੁੜਦੇ ਰਹੀਏ, ਸਤਿਗੁਰੂ ਕਿਰਪਾ ਕਰਦੇ ਰਹਿਣ, ਅਸੀਂ ਆਪਸ 'ਚ ਰਲ ਮਿਲ ਕੇ ਬੈਠੀਏ। ਇਸ ਸੰਗਤ ਵਿੱਚ ਅਸੀਂ ਬੜਾ ਕੁਝ ਸਿੱਖਿਆ 2 ਸਾਲਾਂ, ਹੋਰ ਬੜਾ ਕੁਝ ਸਾਨੂੰ ਸਿੱਖਣ ਨੂੰ ਮਿਲਣਾ। ਤੋ ਇੱਕ ਵਾਰੀ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਤੇ ਬੇਨਤੀ ਕਰਾਂਗਾ ਕਿ ਇਸੇ ਤਰ੍ਹਾਂ ਹਰ ਸੋਮਵਾਰ ਸਵਾਲ ਜਵਾਬ ਸੈਸ਼ਨ ਲਈ ਜਿੱਥੇ ਆਪ ਜੀ ਆਪਣੀ ਫੀਡਬੈਕ ਭੇਜਿਓ, ਕਿਰਪਾ ਕਰਕੇ ਜੁੜੋ। ਸਾਨੂੰ ਹੁਣ ਅੱਜ ਲਈ ਅੱਜ ਤੋਂ ਅਗਲੇ ਹਫ਼ਤੇ ਤੱਕ ਇਹ ਸਵਾਲ ਜਵਾਬ ਪੈਨਲ ਨੂੰ ਆਪ ਪਾਸੋਂ ਅਸੀਂ ਖਿਮਾ ਮੰਗਦੇ ਹਾਂ, ਇਜਾਜ਼ਤ ਮੰਗਦੇ ਹਾਂ। ਇਸੇ ਤਰ੍ਹਾਂ ਸਾਡੇ ਨਾਲ ਅਗਲੇ ਸੋਮਵਾਰ ਫਿਰ ਜੁੜਨਾ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।